ਸਾਰੇ ਵਾਅਦਿਆਂ ਨੂੰ ਹੀ ਤੁਸੀਂ ਨਕਾਰਦੇ ਹੋ ਕਿ ਕੈਪਟਨ ਅਮਰਿੰਦਰ ਦੀ ਜਿਹੜੀ ਪਰਫਾਰਮੈਂਸ ਹੈ, ਕਾਰਗੁਜ਼ਾਰੀ ਹੈ, ਬਹੁਤ ਹੀ ਜ਼ੀਰੋ ਰਹੀ ਹੈ। ਅਸੀਂ ਤਾਂ ਵਿਰੋਧੀ ਧਿਰ ਦੇ ਹਾਂ, ਸਾਡੀ ਤਾਂ ਸ਼ਾਇਦ ਗੱਲ ਨੂੰ ਤੁਸੀਂ ਉਨੀ ਤਵੱਜੋ ਨਾ ਦਿਓ। ਤੁਸੀਂ ਪੰਜਾਬ ਦੇ ਕਿਸੇ ਨੁੱਕਰ ਕਾਰਨਰ ਦੇ ਵਿੱਚ ਜਾ ਕੇ ਦੇਖ ਲਓ ਤੇ ਪੰਜਾਬ ਜਿਹੜਾ ਮੈਨੀਫੈਸਟੋ ਮੇਰੇ ਕੋਲੇ ਪਿਆ, ਤੁਸੀਂ ਉਹ ਲੈ ਕੇ ਜਾਓ ਤੇ ਪੰਜਾਬੀਆਂ ਤੋਂ ਤੁਸੀਂ ਆਪ ਪਤਾ ਕਰੋ ਕਿ ਕਿਹੜੇ ਵਰਗ ਦੇ ਨਾਲ ਵਾਅਦੇ ਜਿਹੜੇ ਉਹ ਪੂਰੇ ਹੋਏ ਨੇ। ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ 10 ਸਾਲ ਤੇ ਚਾਹੇ ਹੁਣ 4 ਸਾਲ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਹੈ। ਇੱਕੋ ਜਿੱਕਾ ਹੀ ਰਾਜ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਨਸੀਬ ਹੋਇਆ। ਉਸੇ ਤਰੀਕੇ ਦੇ ਨਾਲ ਲੁੱਟ ਖਸੁੱਟ ਦਾ, ਮਾਫੀਆ ਦਾ, ਬੇਅਦਬੀਆਂ ਦਾ ਉਹੀ ਸਾਰਾ ਕੁਛ ਹੈ ਜਿਹੜਾ ਉਹ ਚੱਲ ਰਿਹਾ ਹੈ। ਪਿਛਲੇ 4 ਸਾਲਾਂ ਦੇ ਵਿੱਚ ਸਰਕਾਰ ਆਪ ਕਹਿ ਰਹੀ ਹੈ ਕਿ ਜਦੋਂ ਇਹ ਅਗਲੇ ਸਾਲ ਨੂੰ ਜਾਊਗੀ ਤਾਂ 96,000 ਕਰੋੜ ਦਾ ਕਰਜ਼ਾ ਹੈ ਜਿਹੜਾ ਉਹ 4 ਸਾਲਾਂ ਚੜ੍ਹਾ ਕੇ ਜਾਊ। ਕੀ ਹੁਣ ਜਿਹੜੀ ਆ ਰਹੀ ਇਲੈਕਸ਼ਨ ਹੈਗੀ ਹੈ ਉਹਦੇ 'ਚ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੀ ਭੂਮਿਕਾ ਅਹਿਮ ਰਹੇਗੀ? ਚਾਹੇ ਟਿਕਟਾਂ ਦੀ ਗੱਲ ਹੈ, ਚਾਹੇ ਕੰਪੇਨ ਦੀ ਗੱਲ ਹੈ, ਸਾਰੇ ਮੁੱਦੇ ਆ ਜਾਂਦੇ, ਬਹੁਤ ਸਾਰੇ ਮੁੱਦੇ ਆ ਜਾਂਦੇ ਇਲੈਕਸ਼ਨ ਦੌਰਾਨ। ਮੈਂ ਕੋਈ ਪਾਰਟੀ ਦਾ ਡਿਸੀਜਨ ਮੇਕਰ ਨਹੀਂ ਹੈਗਾ। ਮੈਂ ਤਾਂ ਪਾਰਟੀ ਦਾ ਇੱਕ ਛੋਟਾ ਜਿਹਾ ਨਿਮਾਣਾ ਜਾਂ ਸਭ ਤੋਂ ਛੋਟੇ ਹੇਠਲੇ ਪਾਏਦਾਨ ਦਾ ਮੈਂ ਤਾਂ ਇੱਕ ਵਰਕਰ ਹਾਂ। ਮੇਰਾ ਜਿੱਥੇ ਪਾਰਟੀ ਡਿਊਟੀ ਲਾਉਂਦੀ ਹੈ ਮੈਂ ਉੱਥੇ ਕੰਮ ਕਰਦਾ। ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕਿਹਦੇ ਨਾਲ ਮੁੱਖ ਟੱਕਰ ਹੋ ਸਕਦੀ ਹੈ? ਕਾਂਗਰਸ ਹੈ, ਅਕਾਲੀ ਦਲ ਹੈ, ਬੀਜੇਪੀ ਹੈ, ਜਾਂ ਹੋਰ ਕੋਈ ਗਰੁੱਪ ਵੀ ਹੋ ਸਕਦੇ? ਉਹ ਤਾਂ 15 ਦਿਨ ਇਲੈਕਸ਼ਨ ਵਾਲੇ ਦਿਨ ਚੱਲਣੀ ਹੈ ਔਰ ਇਹ ਮੈਂ ਨਹੀਂ ਤੈਅ ਕਰ ਸਕਦਾ ਜੀ, ਮੈਂ ਨਹੀਂ ਦੱਸ ਸਕਦਾ ਕਿਉਂਕਿ ਮੈਂ ਤਾਂ ਇੱਕ ਛੋਟਾ ਜਿਹਾ ਪੋਲੀਟੀਕਲ ਵਰਕਰ ਹਾਂ। ਮੈਂ ਕੋਈ ਜੋਤਸ਼ੀ ਦਾ ਹੈ ਨਹੀਂ ਵੀ ਕਿਹੜੀ ਪਾਰਟੀ ਨਾਲ ਲੜਾਈ ਹੋਣੀ ਹੈ। ਉਹ ਤਾਂ ਕਿਹਦਾ ਉਭਾਰ ਆ ਜਾਊਗਾ, ਕਿਹਦਾ ਨਿਗਾਰ ਆ ਜਾਊਗਾ ਇਲੈਕਸ਼ਨ ਆਉਂਦੇ ਉਹ ਤਾਂ ਨਹੀਂ ਨਾ ਕਿਹਾ ਜਾ ਸਕਦਾ ਹੈਗਾ ਨੇ। ਪਰ ਜੇ ਤਾਂ ਤੁਸੀਂ ਪੋਲੀਟੀਕਲ ਪਾਰਟੀਆਂ ਨਾਲ ਸੋਚਦੇ ਹੋ, ਪੁੱਛਦੇ ਹੋ ਵੀ ਕਿਹਦੇ ਨਾਲ ਮੁਕਾਬਲਾ ਹੋ ਸਕਦਾ, ਉਹ ਤਾਂ ਲੋਕ ਤੈਅ ਕਰਨਗੇ ਕਿ ਕਿਹਦੇ ਨਾਲ ਮੁਕਾਬਲਾ ਹੋ ਸਕਦਾ। ਪਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਤੁਸੀਂ ਸਿਆਸੀ ਪਾਰਟੀਆਂ ਨਾਲ ਮੁਕਾਬਲਾ ਕਰਦੇ ਹੋ ਤਾਂ ਦੈਟ ਮੀਨਸ ਤੁਸੀਂ ਸੱਤਾ ਤੇ ਕਾਬਜ਼ ਹੋਣ ਲਈ ਇੱਕ ਰੈਟ ਰੇਸ ਦੇ ਵਿੱਚ ਲੱਗੇ ਹੋਏ ਹੋ। ਆਮਨੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੀਨੀਅਰ ਵਿਧਾਇਕ ਅਮਨ ਅਰੋੜਾ ਜੀ। ਗੱਲ ਚਾਹੇ ਪੰਜਾਬ ਵਿਧਾਨ ਸਭਾ ਦੇ ਅੰਦਰ ਕਰਨੀ ਹੋਵੇ ਤੇ ਚਾਹੇ ਪੰਜਾਬ ਵਿਧਾਨ ਸਭਾ ਤੋਂ ਬਾਹਰ ਹੋਵੇ, ਅਮਨ ਅਰੋੜਾ ਦੀ ਸ਼ਮੂਲੀਅਤ ਹਰ ਵੱਡੇ ਮੁੱਦਿਆਂ 'ਤੇ ਪੰਜਾਬ 'ਚ ਦੇਖੀ ਜਾ ਸਕਦੀ ਹੈ। ਪੰਜਾਬ ਦਾ ਰਾਜਨੀਤੀ ਦਾ ਇੱਕ ਜਾਣਿਆ ਪਹਿਚਾਣਿਆ ਚਿਹਰਾ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਅਗਲੇ ਦਿਨਾਂ 'ਚ ਵਿਧਾਨ ਸਭਾ ਦੇ ਚੋਣਾਂ ਦੇ ਦੌਰ ਵੱਲ ਵੱਧ ਰਿਹਾ ਹੈ। ਪੰਜਾਬ ਦੇ ਭਵਿੱਖ ਬਾਰੇ ਬਹੁਤ ਸਾਰੇ ਸਵਾਲ ਉੱਠ ਰਹੇ। ਇਹਨਾਂ ਸਾਰੇ ਮੁੱਦਿਆਂ 'ਤੇ ਆਪਾਂ ਅਮਨ ਜੀ ਨਾਲ ਕਰਾਂਗੇ ਗੱਲਬਾਤ। ਅਮਨ ਜੀ, ਮੇਰੇ ਚੈਨਲ 'ਤੇ ਆਉਣ ਲਈ ਮੇਰੀ ਟੀਮ ਵੱਲੋਂ, ਸਾਡੇ ਸਾਰੇ ਦਰਸ਼ਕਾਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਮਿਹਰਬਾਨੀ ਸਿੱਧੂ ਸਾਹਿਬ, ਤੁਹਾਡਾ ਵੀ, ਚੈਨਲ ਦੇ ਸਾਰੇ ਸਾਥੀਆਂ ਦਾ, ਸਤਿਕਾਰਯੋਗ ਵਿਊਅਰਸ ਦਾ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਵਾਂ ਦੇ ਵਿੱਚ ਰੱਖੇ ਜੀ। ਅਮਨ ਜੀ, ਜਿੱਦਾਂ ਮੈਂ ਜ਼ਿਕਰ ਕੀਤਾ ਹੈ ਕਿ ਪੰਜਾਬ ਇਸ ਵੇਲੇ ਵਿਧਾਨ ਸਭਾ ਦੇ ਚੋਣ ਦੇ ਦੌਰ ਵੱਲ ਵੱਧ ਰਿਹਾ ਹੈ। ਪੰਜਾਬੀ ਇੱਕ ਤਬਦੀਲੀ ਦੀ ਤਾਂਘ ਨਾਲ ਦੇਖ ਰਹੇ ਆ ਨਵੇਂ ਦੌਰ ਵੱਲ। ਕਿਵੇਂ ਲੱਗਦਾ ਹੈ ਕਿ ਨਵੀਆਂ ਬੋਤਲਾਂ 'ਚ ਪੁਰਾਣੀ ਸ਼ਰਾਬ ਹੀ ਆਏਗੀ ਕਿ ਜਾਂ ਜਿਹੜੀ ਤਬਦੀਲੀ ਹੈ, ਤਾਂਘ ਆ, ਉਹ ਦੇਖ ਰਹੇ ਹੋ ਪੰਜਾਬੀਆਂ 'ਚ? ਨਹੀਂ, ਦੇਖੋ ਜੀ, ਜਿੱਥੇ ਤੱਕ ਤਾਂਘ ਦਾ ਸਵਾਲ ਹੈ, ਮੈਂ ਸਮਝਦਾ ਕਿ ਜਿੰਨਾ ਵੈਕਿਊਮ ਅੱਜ ਦੀ ਤਾਰੀਖ ਦੇ ਵਿੱਚ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਹੈ, ਜਿੰਨਾ ਖਲਾ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਦੀਆਂ ਸਰਕਾਰਾਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ 10 ਸਾਲ ਤੇ ਚਾਹੇ ਹੁਣ 4 ਸਾਲ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਹੈ, ਇੱਕੋ ਜਿੱਕਾ ਹੀ ਰਾਜ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਨਸੀਬ ਹੋਇਆ। ਉਸੇ ਤਰੀਕੇ ਦੇ ਨਾਲ ਲੁੱਟ ਖਸੁੱਟ ਦਾ, ਮਾਫੀਆ ਦਾ, ਬੇਅਦਬੀਆਂ ਦਾ ਉਹੀ ਸਾਰਾ ਕੁਛ ਹੈ ਜਿਹੜਾ ਉਹ ਚੱਲ ਰਿਹਾ ਹੈ। ਅਨਫੋਰਚੂਨੇਟਲੀ ਲੋਕਾਂ ਨੂੰ ਉਮੀਦਾਂ ਬਹੁਤ ਸੀਗੀਆਂ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਤੋਂ, ਕਿਉਂਕਿ ਜਦੋਂ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਤੇ ਲੋਕਾਂ ਨੂੰ ਵਿਸ਼ਵਾਸ ਹੋਇਆ ਸੀਗਾ ਕਿ ਸ਼ਾਇਦ ਉਹੀ 2002 ਤੋਂ 7 ਵਾਲੇ ਜਿਹੜੇ ਸਟੇਟਸਮੈਨ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਚੁਣਿਆ ਵੀ। ਪਰ ਬਦਕਿਸਮਤੀ ਦੇ ਨਾਲ ਜੋ ਇਹ ਜਿਹੜੇ 4 ਸਾਲ ਨੇ ਇਹ ਅਕਾਲੀ ਦਲ ਦੀ ਹੀ ਇੱਕ ਐਕਸਟੈਂਸ਼ਨ ਹੈ ਜਿਹੜੀ ਉਹ ਲੱਗ ਰਹੀ ਹੈ, ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਲੋਕ ਇੱਕ ਥਰਡ ਫਰੰਟ ਵੱਲ ਦੇਖ ਰਹੇ ਨੇ ਬੜੇ ਚਾਵਾਂ ਦੇ ਨਾਲ, ਬੜੀ ਤਾਂਘ ਦੇ ਨਾਲ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਲੋਕਾਂ ਦੀ ਉਸ ਇੱਛਾ ਦੇ ਉੱਪਰ ਵੀ ਬੂਰ ਹੈ ਜਿਹੜਾ ਉਹ ਜਲਦੀ ਹੀ ਪਏਗਾ। ਅਮਨ ਜੀ, ਇੱਕ ਸਵਾਲ ਕੈਪਟਨ ਅਮਰਿੰਦਰ ਸਰਕਾਰ, ਕਿਉਂਕਿ ਹੁਣ ਲਾਸਟ ਜਿਹੜਾ ਹੈਗਾ ਦਾ ਸਾਲ ਜਾ ਰਿਹਾ ਹੈ, ਤੁਹਾਨੂੰ ਲੱਗਦਾ ਹੈ ਕਿ ਜੋ ਪੰਜਾਬੀਆਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਤੇ ਇਹਨੂੰ ਵੱਡਾ ਮੇਰਾ ਖਿਆਲ ਭਰੋਸਾ ਪੰਜਾਬੀ ਕਿਸੇ ਨੂੰ ਦੇ ਵੀ ਨਹੀਂ ਸਕਦੇ? ਸਾਰੇ ਵਾਅਦਿਆਂ ਨੂੰ ਹੀ ਤੁਸੀਂ ਨਕਾਰਦੇ ਹੋ ਕਿ ਕੈਪਟਨ ਅਮਰਿੰਦਰ ਦੀ ਜਿਹੜੀ ਪਰਫਾਰਮੈਂਸ ਹੈ, ਕਾਰਗੁਜ਼ਾਰੀ ਹੈ, ਬਹੁਤ ਹੀ ਜ਼ੀਰੋ ਰਹੀ ਹੈ?
ਨਹੀਂ ਦੇਖੋ, ਮੈਂ ਤਾਂ ਕਹਿੰਦਾ ਕਿ ਜ਼ੀਰੋ ਕੀ, ਮੈਂ ਤਾਂ ਚਲੋ ਮੇਰੀ ਤਾਂ ਛੱਡੋ ਤੁਸੀਂ, ਕਿਉਂਕਿ ਅਸੀਂ ਤਾਂ ਵਿਰੋਧੀ ਧਿਰ ਦੇ ਹਾਂ, ਸਾਡੀ ਤਾਂ ਸ਼ਾਇਦ ਗੱਲ ਨੂੰ ਤੁਸੀਂ ਉਨੀ ਤਵੱਜੋ ਨਾ ਦਿਓ। ਤੁਸੀਂ ਪੰਜਾਬ ਦੇ ਕਿਸੇ ਨੁੱਕਰ ਕਾਰਨਰ ਦੇ ਵਿੱਚ ਜਾ ਕੇ ਦੇਖ ਲਓ, ਤੇ ਪੰਜਾਬ ਜਿਹੜਾ ਮੈਨੀਫੈਸਟੋ ਮੇਰੇ ਕੋਲੇ ਪਿਆ, ਤੁਸੀਂ ਉਹ ਲੈ ਕੇ ਜਾਓ ਤੇ ਪੰਜਾਬੀਆਂ ਤੋਂ ਤੁਸੀਂ ਆਪ ਪਤਾ ਕਰੋ ਕਿ ਕਿਹੜੇ ਵਰਗ ਦੇ ਨਾਲ ਵਾਅਦੇ ਜਿਹੜੇ ਉਹ ਪੂਰੇ ਹੋਏ ਨੇ। ਕਿਸਾਨੀ ਨਾਲ ਗੱਲ ਕੀਤੀ ਗਈ ਸੀ ਕਿ ਘਰ ਘਰ ਕਰਜ਼ਾ ਮਾਫ ਕਰ ਦਾਂਗੇ। ਮੈਨੀਫੈਸਟੋ ਦੇ ਵਿੱਚ ਕਿਹਾ ਸੀ 1 ਲੱਖ ਕਰੋੜ ਦਾ ਕਰਜ਼ਾ ਮਾਫ ਕਰ ਦਾਂਗੇ। ਉਹ ਤਾਂ ਛੱਡੋ 1 ਲੱਖ ਕਰੋੜ ਦਾ, ਪਿਛਲੇ 4 ਸਾਲਾਂ ਦੇ ਬਜਟ ਸੈਸ਼ਨ ਦੇ ਦੌਰਾਨ ਮੈਂ ਇਸ ਗਵਰਨਰ ਐਡਰੈਸ ਦੇ ਉੱਪਰ ਵੀ ਪਰਸੋਂ ਬੋਲਿਆ ਸੀਗਾ, 7750 ਕਰੋੜ ਨੇ ਜਿਹੜੇ ਉਹ ਰਾਖਵੇਂ ਰੱਖੇ ਗਏ ਸੀਗੇ ਕਿਸਾਨਾਂ ਦੀ ਕਰਜ਼ ਮਾਫੀ ਵਾਸਤੇ 4 ਸਾਲਾਂ ਦੇ ਬਜਟ ਦੇ ਵਿੱਚ, ਤੇ ਦਿੱਤਾ ਜਾਂਦਾ ਹਜੇ ਤੱਕ 4625 ਕਰੋੜ, ਉਹਦੇ ਵਿੱਚੋਂ ਵੀ 3100 ਕਰੋੜ ਘੱਟ। ਯਾਨੀ ਕਿ ਜਿਹੜੇ ਤੁਸੀਂ ਬਜਟ ਰੱਖ ਰਹੇ ਹੋ, ਪੈਸਾ ਰੱਖ ਰਹੇ ਹੋ, ਤੁਸੀਂ ਉਹ ਵੀ ਨਹੀਂ ਦੇ ਰਹੇ ਹੈਗੇ, ਤਾਂ ਕਿੱਥੋਂ ਬਾਅਦ ਉਹ ਪੂਰੇ ਹੋ ਗਏ ਹੋਣਗੇ। ਇਸੇ ਤਰੀਕੇ ਘਰ ਨੌਕਰੀ ਦੀ ਗੱਲ ਸੀਗੀ, ਕਿੰਨੀਆਂ ਕੁ ਨੌਕਰੀ ਮਿਲੇ ਨੇ ਤੁਹਾਡੇ ਸਾਹਮਣੇ ਨੇ। ਸਰਕਾਰ ਕਹਿੰਦੀ ਹੈ ਕਿ 16 ਲੱਖ ਨੌਕਰੀਆਂ ਨੇ ਜਿਹੜੀਆਂ ਅਸੀਂ 4 ਸਾਲਾਂ 'ਚ ਗਵਰਨਰ ਐਡਰੈਸ ਦੇ ਵਿੱਚ ਉਹ ਬੋਲੇ ਨੇ ਪਰਸੋਂ। ਮੈਂ ਇਹ ਪੁੱਛਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਤਕਰੀਬਨ 50 ਲੱਖ ਦੇ ਕਰੀਬ ਘਰ ਨੇ, ਇਹਦਾ ਮਤਲਬ ਹਰ ਤੀਜੇ ਘਰ ਨੂੰ ਨੌਕਰੀ ਮਿਲ ਗਈ। ਆਪਾਂ ਹਰੇਕ ਘਰ ਦੀ ਜਾ ਕੇ ਘੰਟੀ ਖੜਕਾ ਕੇ ਦੇਖ ਲਓ, ਹੋਰ ਛੱਡੋ ਪਟਿਆਲੇ ਸ਼ਹਿਰ ਦੇ ਵਿੱਚ ਜਾ ਕੇ ਦੇਖ ਲਓ, ਘੰਟੀਆਂ ਖੜਕਾ ਲੈਂਦੇ ਆ, ਘਰੋਂ ਘਰੀ ਚੱਲਦੇ। ਮੈਂ ਕਿਹਾ ਉਸ ਦਿਨ ਸੀਐਮ ਸਾਹਿਬ ਨੂੰ ਕਿ ਜੇ ਉੱਥੇ ਤੀਜੇ ਘਰ ਨੂੰ ਨੌਕਰੀ ਮਿਲ ਗਈ ਹੋਈ ਤਾਂ ਤੁਸੀਂ ਸੱਚੇ, ਅਸੀਂ ਝੂਠੇ, ਪਰ ਕੋਈ ਜਵਾਬ ਨਹੀਂ ਹੈ ਅਮਨ ਜੀ। ਤਰੀਕੇ ਨਾਲ ਸੋ ਬਾਕੀ ਹੋਰ ਸਾਰੇ, ਚਾਹੇ ਮਾਫੀਆਜ਼ ਖਤਮ ਕਰਨ ਦੀ ਗੱਲ ਕਰ ਲਈਏ, ਬੇਅਦਬੀ ਦੋਸ਼ੀਆਂ ਫੜਨ ਦੀ ਗੱਲ ਕਰ ਲਈਏ, ਪੰਜਾਬ ਦੀ ਇਕਨੋਮੀ ਨੂੰ ਦੁਬਾਰਾ ਟਰੈਕ ਤੇ ਲੈ ਕੇ ਆਉਣ ਦੀ ਗੱਲ ਕਰ ਲਈਏ, ਪਿਛਲੇ 4 ਸਾਲਾਂ ਦੇ ਵਿੱਚ ਸਰਕਾਰ ਆਪ ਕਹਿ ਰਹੀ ਹੈ ਕਿ ਜਦੋਂ ਇਹ ਅਗਲੇ ਸਾਲ ਨੂੰ ਜਾਊਗੀ ਤਾਂ 96,000 ਕਰੋੜ ਦਾ ਕਰਜ਼ਾ ਹੈ ਜਿਹੜਾ ਉਹ 4 ਸਾਲਾਂ ਚੜਾ ਕੇ ਜਾਊਗੀ। ਸੋ ਕਿਹੜਾ ਇੱਕ ਵਾਅਦਾ ਹੈ ਅਜਿਹਾ, ਉਹ ਚਾਹੇ ਆਪਾਂ ਸ਼ਗਨ ਸਕੀਮ ਦੀ ਗੱਲ ਕਰ ਲਈਏ, ਪੈਨਸ਼ਨ ਸਕੀਮ ਦੀ ਗੱਲ ਕਰ ਲਈਏ, ਮੋਬਾਈਲ ਫੋਨ ਦੀ ਗੱਲ ਕਰ ਲਈਏ, ਬੇਰੁਜ਼ਗਾਰੀ ਭੱਤੇ ਦੀ ਗੱਲ ਕਰ ਲਈਏ, ਵਾਅਦੇ ਤਾਂ ਅਨੇਕ ਸੀਗੇ ਪਰ ਇੱਕ ਵੀ ਨਹੀਂ ਪੂਰਾ ਹੋਇਆ ਹੈਗਾ। ਜੀ ਅਮਨ ਜੀ, ਤੁਸੀਂ ਕਹਿੰਦੇ ਕਿ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ, ਪਰ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਪੰਜਾਬੀਆਂ ਨੇ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਲਿਆਂਦਾ ਸੀ ਬਹੁਤ ਵੱਡਾ। ਪਹਿਲੀ ਵਾਰੀ ਕਿਸੇ ਪਾਰਟੀ ਨੂੰ ਇੰਨੀ ਜਲਦੀ ਜਿਹੜਾ ਹੈਗਾ ਪੰਜਾਬੀਆਂ ਨੇ ਮਾਣ ਦਿੱਤਾ, ਪਰ ਜਿੱਤਣ ਤੋਂ ਬਾਅਦ ਕਦੇ ਖਹਿਰੇ ਦੀ ਗੱਲ ਕਰ ਲਈਏ, ਕਦੇ ਸੰਧੂ ਦੀ ਗੱਲ ਕਰ ਲਈਏ, ਕਦੇ ਮਾਨਸ਼ਾਹੀ ਦੀ ਗੱਲ ਕਰ ਲਈਏ, ਸਾਰੇ ਹੀ ਖਿੱਲਰ ਗਏ। ਹੁਣ ਪੰਜਾਬੀ ਆਪ ਤੇ ਕਿਵੇਂ ਭਰੋਸਾ ਕਰਨਗੇ? ਨਹੀਂ ਦੇਖੋ, ਇਹ ਤਾਂ ਖੈਰ ਪੰਜਾਬੀਆਂ ਨੇ ਦੇਖਣਾ ਹੈ ਕਿ ਉਹਨਾਂ ਨੇ ਭਰੋਸਾ ਕਿਵੇਂ ਕਰਨਾ ਹੈ, ਕਿਵੇਂ ਨਹੀਂ ਕਰਨਾ ਹੈਗਾ। ਪਰ ਦੇਖੋ ਗੱਲ ਇਹ ਹੈ ਸਿੱਧੂ ਸਾਹਿਬ, ਪਲੀਜ਼ ਟਰਾਈ ਟੂ ਅੰਡਰਸਟੈਂਡ, ਡੋਂਟ ਮਿਕਸ ਫੰਕਸ਼ਨਿੰਗ ਆਫ ਅ ਪਾਰਟੀ ਵਿਦ ਫੰਕਸ਼ਨਿੰਗ ਆਫ ਗਵਰਨਮੈਂਟ। ਅਸੀਂ ਜੇ ਸਾਡੇ 4 ਸਾਥੀ ਸਾਡੇ ਨਾਲ ਨਹੀਂ ਨਾਲ ਚੱਲ ਸਕੇ ਹੈਗੇ, ਉਹ ਸੈਪਰੇਟ ਇਸ਼ੂ ਹੈ, ਉਹ ਇੱਕ ਪਾਰਟੀ ਦਾ ਇਸ਼ੂ ਹੈ, ਨਾਟ ਅਫੈਕਟਿੰਗ ਦਾ ਪੀਪਲ ਆਫ ਸਟੇਟ। ਹੁਣ ਜਿੱਥੇ ਤੱਕ ਸਵਾਲ ਰਿਹਾ ਸਰਕਾਰ ਦਾ, ਸਰਕਾਰ ਦੀ ਫੰਕਸ਼ਨਿੰਗ, ਸਾਡੇ ਕੋਲ ਇੱਥੇ ਤਾਂ ਸਰਕਾਰ ਹੈ ਨਹੀਂ ਗੀ, ਸਾਡੀ ਸਰਕਾਰ ਹੈਗੀ ਦਿੱਲੀ, ਉੱਥੋਂ ਦੀ ਸਾਡੀ ਫੰਕਸ਼ਨਿੰਗ ਹੈ ਜਿਹੜੀ ਜਿਹਦੇ ਨਾਲ ਆਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੁੰਦਾ, ਉਹ 'ਚ ਸੁਧਾਰ ਜਾਂ ਨਿਘਾਰ ਲਿਆਂਦਾ ਜਾ ਸਕਦਾ ਹੈ। ਤੁਸੀਂ ਉਹ ਫੰਕਸ਼ਨਿੰਗ ਦੇਖੋ ਪਿਛਲੇ 6.5 ਸਾਲਾਂ ਤੋਂ, ਉਹ ਬੇਮਿਸਾਲ ਹੈ, ਉਹ ਸਾਰੀ ਦੁਨੀਆ ਖੜ ਖੜ ਕੇ ਦੇਖ ਰਹੀ ਹੈ। ਨੰਬਰ 1। ਨੰਬਰ 2, ਜਿੱਥੇ ਤੁਸੀਂ ਪਾਰਟੀ ਦੀ ਗੱਲ ਕਰਦੇ ਹੋ ਨਾ ਜੀ, ਨੋ ਡਾਊਟ ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ ਕਿ ਕਈ ਸਾਡੇ ਸਾਥੀ ਜਿਹੜੇ ਕਿ ਆਮ ਆਦਮੀ ਪਾਰਟੀ ਦਾ ਝੰਡਾ ਲੈ ਕੇ ਜਿੱਤੇ ਸੀਗੇ, ਵਿਧਾਨ ਸਭਾ 'ਚ ਪਹੁੰਚੇ ਸੀਗੇ, ਉਹ ਸਾਡੇ ਨਾਲ ਨਹੀਂ ਰਹੇ ਹੈਗੇ, ਉਹ ਅਲੱਗ ਹੋ ਗਏ। ਪਰ ਜੇ ਸਿੱਧੂ ਸਾਹਿਬ ਕੋਈ ਆਪਦਾ ਪਰਸਨਲ ਏਜੰਡਾ ਪਾਰਟੀ ਦੇ ਏਜੰਡੇ ਤੋਂ ਔਰ ਪੰਜਾਬ ਦੇ ਏਜੰਡੇ ਤੋਂ ਆਪਦੇ ਪਰਸਨਲ ਏਜੰਡੇ ਨੂੰ ਵੱਧ ਅਹਿਮੀਅਤ ਦੇਵੇ, ਤੇ ਇਹ ਤਾਂ ਫਿਰ ਅਗਲੇ ਦੇ ਕਿਰਦਾਰ ਦਾ, ਅਗਲੇ ਦੀ ਸੋਚਣੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਫਰਕ ਹੈ। ਇਹਦੇ 'ਚ ਆਪਾਂ ਪਾਰਟੀ ਨੂੰ ਕਿਵੇਂ ਬਲੇਮ ਕਰ ਸਕਦੇ ਹਾਂ? ਅਮਨ ਜੀ ਬਿਲਕੁਲ ਬਿਲਕੁਲ, ਮੈਂ ਇਹ ਵੀ ਮੰਨਦਾ ਕਿ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਪਾਰਟੀ ਦੀ ਇੱਕ ਫੰਕਸ਼ਨਿੰਗ ਦੇ ਵਿੱਚ ਵੀ ਕੋਈ ਮਾੜੀ ਮੋਟੀ ਕਮੀ ਪਿੱਛੇ ਜਿਹੜੀ ਰਹੀ ਹੋਵੇ। ਪਰ ਭਾਜੀ ਗੱਲ ਇਹ ਹੈ ਕਿ ਜਦੋਂ ਆਪਾਂ ਇਕੱਠੇ ਇੱਕ ਮਿਸ਼ਨ 'ਤੇ ਚੱਲੇ ਹੁੰਦੇ ਆ, ਤੇ ਇਕੱਲਾ ਇਹ ਨਹੀਂ ਹੁੰਦਾ ਹੈਗਾ ਕਿ ਮੇਰੀ ਗੱਲ ਹੀ ਸੁਣੀ ਜਾਏਗੀ ਔਰ ਮੇਰੀ ਗੱਲ ਹੀ ਮੰਨੀ ਜਾਏਗੀ। ਕਲੈਕਟਿਵ ਡਿਸੀਜਨਸ ਨੇ ਜਿਹੜੇ ਉਹ ਹੁੰਦੇ ਨੇ, ਤੇ ਉਹਦੇ 'ਚ ਕਈ ਵਾਰੀ ਉਹ ਸਹੀ ਵੀ ਹੋ ਜਾਂਦੇ ਨੇ, ਕਈ ਵਾਰੀ ਗਲਤ ਵੀ ਹੋ ਜਾਂਦੇ ਨੇ, ਬਟ ਦੈਨ ਯੂ ਹੈਵ ਟੂ ਸਟੈਂਡ ਬਾਈ ਯੋਰ ਪਾਰਟੀ, ਬਾਈ ਯੋਰ ਗਰੁੱਪ। ਕਿਉਂਕਿ ਮੈਂ ਆਪਣੇ 30 ਸਾਲ ਦੇ ਪੋਲੀਟੀਕਲ ਕੈਰੀਅਰ ਦੇ ਵਿੱਚ ਮੈਂ ਅੱਜ ਤੱਕ ਕਦੇ ਕਿਸੇ ਨੂੰ ਰਾਜਨੀਤੀ ਵਿੱਚ ਇਕੱਲਿਆਂ ਵੱਡਾ ਨਹੀਂ ਹੁੰਦਾ ਦੇਖਿਆ ਹੈਗਾ। ਇਹ ਹਮੇਸ਼ਾ ਬੰਦਾ ਆਪਦੀ ਪਾਰਟੀ ਦੇ ਨਾਲ, ਆਪਦੇ ਸਾਥੀਆਂ ਦੇ ਨਾਲ, ਆਪਦੇ ਗਰੁੱਪ, ਆਪਦੇ ਧੜੇ ਦੇ ਨਾਲ, ਆਪਦੇ ਭੈਣਾਂ ਭਰਾਵਾਂ ਦੇ ਨਾਲ ਹੀ ਵੱਡਾ ਹੁੰਦਾ। ਜੇ ਕੋਈ ਇੰਡੀਵਿਜੂਅਲਿਸਟਿਕ ਏਜੰਡਾ ਲੈ ਕੇ ਚੱਲਦਾ ਤਾਂ ਫਿਰ ਉਹ ਇਕੱਲਾ ਹੀ ਰਹਿ ਜਾਂਦਾ ਹੁੰਦਾ ਜੀ। ਅਮਨ ਜੀ, ਬਹੁਤ ਵੱਡਾ ਸਵਾਲ ਹੈਗਾ ਇਸ ਮੁੱਦੇ 'ਤੇ। ਵਿਅਕਤੀਗਤ ਤੌਰ 'ਤੇ ਚੱਲਦਾ ਤਾਂ ਇਕੱਲਾ ਹੀ ਰਹਿ ਜਾਂਦਾ। ਜੇ ਆਪਾਂ ਕਲੈਕਟਿਵ ਡਿਸੀਜਨ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਜਦੋਂ ਇਲੈਕਸ਼ਨ ਨਿਕਲ ਕੇ ਗਈ, ਕਿਤੇ ਇਹ ਸਵਾਲ ਵੀ ਉੱਠਦੇ ਰਹੇ ਹੈ ਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਨੇ ਪੰਜਾਬ ਦੀ ਲੀਡਰਸ਼ਿਪ 'ਤੇ ਆਪਣੀ ਟੀਮ ਥੋਪਤੀ। ਇਹ ਬਹੁਤ ਸਵਾਲ ਉੱਠਦੇ ਰਹੇ ਮੀਡੀਆ ਦੇ ਅੰਦਰ ਕਿ ਇਸ ਕਰਕੇ ਵੀ ਸ਼ਾਇਦ ਪੰਜਾਬੀਆਂ ਨੇ ਨਕਾਰਤਾ ਪਿਛਲੀ ਵਾਰੀ, ਨਹੀਂ ਤਾਂ ਨੰਬਰ 1 'ਤੇ ਵੀ ਆ ਸਕਦੇ ਸੀ। ਨਹੀਂ, ਮੈਂ ਤਾਂ ਤੁਹਾਨੂੰ ਆਪ ਕਹਿ ਰਿਹਾ ਕਿ ਪਿਛਲੀ ਵਾਰ 2017 ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਮੈਂ ਅੱਜ ਨਹੀਂ ਕਹਿ ਰਿਹਾ, ਮੈਂ ਤਾਂ ਬੜੇ ਲੰਮੇ ਸਮੇਂ ਤੋਂ ਕਹਿ ਰਿਹਾ ਕਿ ਜਦੋਂ ਆਪਾਂ 17 ਦੀ ਗੱਲ ਕਰਦੇ ਹਾਂ ਤੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ ਸੀਗੀ, ਲੋਕਾਂ ਵੱਲੋਂ ਤਾਂ ਬੇਮਿਸਾਲ
ਉਤਸ਼ਾਹ ਪਿਆਰ ਸਹਿਯੋਗ ਜਿਹੜਾ ਪਾਰਟੀ ਨੂੰ ਮਿਲਿਆ ਸੀਗਾ, ਪਰ ਉਹਦੇ 'ਚ ਡੈਫੀਨੇਟਲੀ ਕਿਤੇ ਨਾ ਕਿਤੇ ਪਾਰਟੀ ਦੀ ਫੰਕਸ਼ਨਿੰਗ ਦੇ ਵਿੱਚ, ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਲੋਕਾਂ ਤੋਂ ਕਮੀ ਰਹੀ ਹੋਊਗੀ, ਜਿਹਦੀ ਵਜ੍ਹਾ ਕਰਕੇ ਜਿਹੜੇ ਇਹ ਕਹਿੰਦੇ ਸੀਗੇ, ਦੁਸ਼ਮਣ ਵਿਰੋਧੀ ਵੀ ਕਹਿੰਦੇ ਸੀਗੇ ਕਿ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਹੈ, ਅਤੇ ਜੇ ਉਹ ਮਹਿਜ਼ 20 ਸੀਟਾਂ ਦੇ ਉੱਪਰ ਸਿਮਟ ਗਈ ਤੇ ਕਿਤੇ ਨਾ ਕਿਤੇ ਫਾਲਟ ਲਾਈਨ ਤਾਂ, ਗਲਤੀ ਤਾਂ, ਕਮੀ ਤਾਂ ਰਹੀ ਹੈ ਨਾ ਜੀ। ਸੋ ਉਸ ਚੀਜ਼ ਨੂੰ ਸੁਧਾਰਨ ਦੀ ਲੋੜ ਹੈ, ਔਰ ਇਹ ਗੱਲ ਮੈਂ ਕੋਈ ਅੱਜ ਪਹਿਲੀ ਵਾਰ ਨਹੀਂ ਕਹਿ ਰਿਹਾ, ਮੈਂ ਵਿਦਨ ਪਾਰਟੀ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਜੀ ਕਿ ਲੋਕ ਚਾਹੁੰਦੇ ਨੇ ਹੁਣ ਤਾਂ ਆਪਾਂ ਨੂੰ ਅੱਗੇ ਹੋ ਕੇ, ਤਗੜੇ ਹੋ ਕੇ ਲੋਕਾਂ ਦੀ ਇੱਛਾ ਮੁਤਾਬਕ ਕੰਮ ਕਰਨ ਦੀ ਲੋੜ ਹੈ, ਅਤੇ ਲੋਕ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਦਾ ਜਿਹੜਾ ਗਵਰਨੈਂਸ ਮਾਡਲ ਹੈ ਪੰਜਾਬ ਦੇ ਵਿੱਚ ਉਹ ਆਵੇ। ਬਿਲਕੁਲ ਸਹੀ ਕਹਿ ਰਹੇ ਹੋ। ਇੱਕ ਪੰਜਾਬੀ ਇਹ ਭਰੋਸਾ ਜ਼ਰੂਰ ਚਾਹੁੰਗੇ, ਕਿਉਂਕਿ ਪਿਛਲੇ ਦੌਰ 'ਚ ਜਿਸ ਤਰ੍ਹਾਂ ਗਲਤੀਆਂ ਤੁਸੀਂ ਕਹੇ ਕੁਝ ਹੋਈਆਂ, ਜਿਹਦੇ ਕਰਕੇ ਪਾਰਟੀ ਨੂੰ ਸੈਟਬੈਕ ਵੀ ਲੱਗੀ। ਕੀ ਹੁਣ ਜਿਹੜੀ ਆ ਰਹੀ ਇਲੈਕਸ਼ਨ ਹੈਗੀ ਹੈ, ਉਹਦੇ 'ਚ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੀ ਭੂਮਿਕਾ ਅਹਿਮ ਰਹੇਗੀ? ਚਾਹੇ ਟਿਕਟਾਂ ਦੀ ਗੱਲ ਹੈ, ਚਾਹੇ ਕੰਪੇਨ ਦੀ ਗੱਲ ਹੈ, ਸਾਰੇ ਮੁੱਦੇ ਆ ਜਾਂਦੇ, ਬਹੁਤ ਸਾਰੇ ਮੁੱਦੇ ਆ ਜਾਂਦੇ ਇਲੈਕਸ਼ਨ ਦੌਰਾਨ। ਨਹੀਂ ਦੇਖੋ, ਇਹ ਸਵਾਲ ਤਾਂ ਤੁਸੀਂ ਗਲਤ ਬੰਦੇ ਨੂੰ ਪੁੱਛ ਰਹੇ ਹੋ। ਮੈਂ ਕੋਈ ਪਾਰਟੀ ਦਾ ਡਿਸੀਜਨ ਮੇਕਰ ਨਹੀਂ ਹੈਗਾ। ਮੈਂ ਤਾਂ ਪਾਰਟੀ ਦਾ ਇੱਕ ਛੋਟਾ ਜਿਹਾ ਨਿਮਾਣਾ ਜਾਂ ਸਭ ਤੋਂ ਛੋਟੇ ਹੇਠਲੇ ਪਾਏਦਾਨ ਦਾ ਮੈਂ ਤਾਂ ਇੱਕ ਵਰਕਰ ਹਾਂ। ਮੇਰਾ ਜਿੱਥੇ ਪਾਰਟੀ ਡਿਊਟੀ ਲਾਉਂਦੀ ਹੈ ਮੈਂ ਉੱਥੇ ਕੰਮ ਕਰਦਾ। ਮੇਰਾ ਹਲਕੇ ਦੀ ਡਿਊਟੀ ਮੇਰੀ ਪਾਰਟੀ ਨੇ, ਲੋਕਾਂ ਨੇ ਲਾਈ ਹੋਈ ਹੈ, ਉਹਦੇ 'ਚ ਮੈਂ ਤਨਦੇਹੀ ਦੇ ਨਾਲ ਦਿਨ ਰਾਤ ਕਰਕੇ ਲੱਗਿਆ ਹੋਇਆ। ਪੰਜਾਬ ਦਾ ਕੋਈ ਮਸਲਾ ਆ ਜਾਂਦਾ ਉਹ ਚੱਕੀ ਦਾ। ਇਹ ਜਿਹੜਾ ਫੈਸਲਾ ਹੈ ਇਹਦੇ 'ਚ ਅਮਨ ਅਰੋੜਾ ਦਾ ਕੋਈ ਰੋਲ ਨਹੀਂ ਹੈ ਜੀ। ਇਹ ਤਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਚਾਹੇ ਅਰਵਿੰਦ ਕੇਜਰੀਵਾਲ ਜੀ ਨੇ, ਚਾਹੇ ਪੋਲੀਟੀਕਲ ਅਫੇਅਰ ਕਮੇਟੀ ਹੈ, ਚਾਹੇ ਪੰਜਾਬ ਦੀ ਲੀਡਰਸ਼ਿਪ ਭਗਵੰਤ ਮਾਨ ਜੀ, ਹਰਪਾਲ ਚੀਮਾ ਜੀ ਹੋਣੀ ਨੇ, ਇਹ ਫੈਸਲੇ ਤਾਂ ਉਹਨਾਂ ਨੇ ਲੈਣੇ ਨੇ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਫੈਸਲੇ ਨੇ ਜਿਹੜੇ ਉਹ ਹੋਣਗੇ, ਕੌਣ ਇਨਵੋਲਵਡ ਹੋਏਗਾ, ਕੌਣ ਨਹੀਂ ਇਨਵੋਲਵਡ ਹੋਏਗਾ। ਇਹ ਤਾਂ ਫੈਸਲੇ ਉਹਨਾਂ ਨੇ ਲੈਣੇ ਨੇ ਜੀ। ਮੈਨੂੰ ਜਿੰਨਾ ਜ਼ਿੰਮਾ ਦਿੱਤਾ ਜਾਂਦਾ ਮੈਂ ਉਹ ਆਪਦੀ ਤਨਦੇਹੀ ਦੇ ਨਾਲ ਪੂਰਾ ਨਿਭਾਉਣ ਦੀ ਕੋਸ਼ਿਸ਼ ਕਰਦਾ। ਅਮਨ ਜੀ, ਪੰਜਾਬੀ ਦੇ ਤੌਰ 'ਤੇ ਇੱਕ ਹੋਰ ਜੋ ਆਪ ਦੇ ਕੋਲੋਂ ਜਾਣਨਾ ਚਾਹੁੰਦੇ ਆ ਉਹ ਇਹ ਵੀ ਹੈ ਕਿ ਜਦੋਂ ਵੀ ਹੁਣ ਇਲੈਕਸ਼ਨ ਅਗਲੇ ਦਿਨ 'ਚ ਆਉਂਦੀ ਹੈ, ਆਮ ਆਦਮੀ ਪਾਰਟੀ ਜਿਹੜਾ ਗਾ ਇਲੈਕਸ਼ਨ ਤੋਂ ਪਹਿਲਾਂ ਪੰਜਾਬੀਆਂ ਨੂੰ ਕੋਈ ਮੁੱਖ ਮੰਤਰੀ ਦੇ ਅਹੁਦੇਦਾਰ ਦੇ ਤੌਰ 'ਤੇ, ਉਮੀਦਵਾਰ ਦੇ ਤੌਰ 'ਤੇ ਕੋਈ ਚਿਹਰਾ ਦੇਵੇਗੀ ਜਾਂ ਇਲੈਕਸ਼ਨ ਤੋਂ ਬਾਅਦ ਡਿਸਾਈਡ ਕਰੇਗੀ? ਨਹੀਂ ਦੇਖੋ, ਇਸ ਤਰ੍ਹਾਂ ਕਿ ਜਦੋਂ ਆਪਾਂ 2017 ਦੇ ਰਿਜ਼ਲਟਸ ਦੀ ਆਪਾਂ ਗੱਲ ਕਰਦੇ ਹਾਂ ਤੇ ਉਸ ਸਮੇਂ ਜਿਹੜੇ ਰੀਜ਼ਨਸ ਹਾਰ ਦੇ ਗਿਣੇ ਜਾਂਦੇ ਨੇ ਨੋਰਮਲੀ, ਉਹਨਾਂ ਦੇ ਵਿੱਚ ਇੱਕ ਇਹ ਰੀਜ਼ਨ ਵੀ ਗਿਣਿਆ ਜਾਂਦਾ ਹੈ ਕਿ ਜੀ ਅਸੀਂ ਉਦੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਦਿੱਤਾ ਹੈਗਾ। ਮੈਂ ਸਮਝਦਾ ਕਿ ਇਹ ਚੀਜ਼ ਹੈ ਜਿਹੜੀ ਉਹ ਸਾਡੀ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਵੀ ਹੈਗੀ, ਔਰ ਮੋਸਟ ਪ੍ਰੋਬੈਬਲੀ ਮੈਂ ਇਹ ਜੀ ਇਹਦੇ ਬਾਰੇ ਕੋਈ ਡਿਟੇਲ ਡਿਸਕਸ਼ਨ ਅਰਵਿੰਦ ਜੀ ਹੋਣਾ ਦੇ ਨਾਲ ਸਾਡੇ ਲੋਕਾਂ ਦੀ ਨਹੀਂ ਹੋਈ ਹੈਗੀ, ਪਰ ਮੋਸਟ ਪ੍ਰੋਬੈਬਲੀ 99% ਹੈ ਜਿਹੜਾ ਇੱਕ ਚੰਗਾ, ਇੱਕ ਪਾਏਦਾਰ, ਜਿਹਦੇ ਉੱਪਰ ਲੋਕ ਵਿਸ਼ਵਾਸ ਕਰਦੇ ਹੋਣ, ਇੱਕ ਇਮਾਨਦਾਰ, ਇੱਕ ਪੰਜਾਬ ਦੇ ਲੋਕਾਂ ਦਾ ਅਤੇ ਪੰਜਾਬੀਆਂ ਦਾ ਦਰਦ ਦਿਲ ਦੇ ਵਿੱਚ ਰੱਖਣ ਵਾਲਾ ਵਿਅਕਤੀ CM ਉਮੀਦਵਾਰ ਵਜੋਂ ਅਰਵਿੰਦ ਜੀ ਔਰ ਪਾਰਟੀ ਮੋਸਟ ਪ੍ਰੋਬੈਬਲੀ ਉਹ ਜ਼ਰੂਰ ਦਿੱਤਾ ਜਾਏਗਾ, ਕਿਉਂਕਿ ਇਹ ਇੱਕ ਰੀਜ਼ਨ ਪਿਛਲੀਆਂ ਚੋਣਾਂ ਦੀ ਹਾਰ ਦੇ ਵਿੱਚ ਇੱਕ ਇਹ ਰੀਜ਼ਨ ਵੀ ਮੰਨਿਆ ਜਾਂਦਾ ਹੈ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ। ਸਾਡੇ ਨਾਲ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ, ਸੀਨੀਅਰ ਵਿਧਾਇਕ ਅਮਨ ਅਰੋੜਾ ਜੀ। ਬਹੁਤ ਸਾਰੇ ਮੁੱਦੇ ਜਿਹੜੇ ਪੰਜਾਬ ਦੇ ਭਵਿੱਖ ਨਾਲ ਜੁੜੇ ਆ ਉਹਨਾਂ ਬਾਰੇ ਕਰਾਂਗੇ ਗੱਲ ਇਸ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਅਮਨ ਜੀ, ਤੁਸੀਂ ਇੱਕ ਬਹੁਤ ਅਹਿਮ ਮੁੱਦੇ ਤੇ ਗੱਲ ਕਰ ਰਹੇ ਸੀ ਅਗਲੀਆਂ ਚੋਣਾਂ ਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਪਾਰਟੀ ਅੱਗੇ ਵਧੇਗੀ। ਕੀ ਇਹ ਲੱਗਦਾ ਹੈ ਕਿ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ 'ਚ 117 ਵਿਧਾਨ ਸਭਾ ਦੀਆਂ ਚੋਣਾਂ 'ਤੇ ਸੀਟਾਂ ਦੇ ਉੱਤੇ ਪਾਰਟੀ ਇਕੱਲੇ ਤੌਰ 'ਤੇ ਇਲੈਕਸ਼ਨ ਲੜੇਗੀ ਜਾਂ ਕੋਈ ਹਮਖਿਆਲੀ ਧਿਰਾਂ ਦੇ ਨਾਲ ਪਾਰਟੀ ਜਿਹੜੀ ਕੋਈ ਸਾਂਝ ਵੀ ਬਣਾ ਸਕਦੀ ਹੈ? ਪੋਸੀਬਿਲਿਟੀ ਜਿਹੜੀ ਤੁਸੀਂ ਮੁਸਕਰਾ ਰਹੇ ਹੋ, ਸੰਭਾਵਨਾ ਤਾਂ ਜ਼ਰੂਰ ਮੈਂ ਜਾਣਨਾ ਚਾਹਾਂਗਾ। ਤੁਸੀਂ ਸਿੱਧੂ ਸਾਹਿਬ, ਐਕਚੁਅਲੀ ਤੁਸੀਂ ਮੇਰੇ ਬੜੇ ਸਤਿਕਾਰਯੋਗ ਹੋ। ਐਕਚੁਅਲੀ ਮੀਡੀਆ ਦੇ ਕਈ ਵਾਰੀ ਸਾਥੀ ਨਾ ਮੇਰੇ ਕੋਲੋਂ, ਜਿਵੇਂ ਤੁਸੀਂ ਤਾਂ ਉਹ ਕੰਮ ਕਰਦੇ ਹੋ ਵੀ ਇੱਕ ਸਿਪਾਹੀ ਤੋਂ ਪੁੱਛ ਰਹੇ ਹੋ ਵੀ DGP ਦੇ ਆਰਡਰ ਕੀ ਹੋਣਗੇ। ਇਹ ਤਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਮੈਂ ਤਾਂ ਇੱਕ ਪਾਰਟੀ ਦਾ ਛੋਟਾ ਜਿਹਾ ਨਿਮਾਣਾ ਜਿਹਾ ਸਿਪਾਹੀ ਹਾਂ। ਇਹ ਫੈਸਲਾ ਜਿਹੜਾ ਉਹ ਅਰਵਿੰਦ ਜੀ ਹੁਣਾਂ ਦੇ ਲੈਵਲ ਦੇ, PAC ਦੇ ਲੈਵਲ 'ਤੇ ਸਟੇਟ ਲੀਡਰਸ਼ਿਪ ਦੇ ਨਾਲ ਸਲਾਹ ਕਰਕੇ ਪਾਰਟੀ ਨੇ ਫੇਰ ਕਰਨਾ। ਪਰ ਜਿੱਥੋਂ ਤੱਕ ਮੇਰਾ ਮੰਨਣਾ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੀ ਜਿਹੜੀ ਅੰਦਰਲੀ ਇੱਛਾ ਹੈ ਉਹ ਇੰਨੀ ਕੁ ਪ੍ਰਬਲ ਹੈ, ਅੰਡਰ ਕਰੰਟ ਸਾਡੀ ਫੇਵਰ ਦੇ ਵਿੱਚ ਇੰਨਾ ਕੁ ਮਜ਼ਬੂਤ ਹੈ ਕਿ ਜੇ ਸਹੀ ਤਰੀਕੇ ਨਾਲ ਉਹਦੇ ਉੱਪਰ ਕੰਮ ਹੋ ਜੇ ਤੇ ਆਮ ਆਦਮੀ ਪਾਰਟੀ 117 ਦੀ 117 ਸੀਟਾਂ ਦੇ ਉੱਪਰ ਇਕੱਲਿਆਂ ਲੜਨ ਦੇ ਉੱਪਰ ਸਮਰੱਥ ਹੈ। ਸੋ ਇਹ ਤਾਂ ਹੈ ਗਰਾਊਂਡ ਰਿਐਲਿਟੀ। ਹੁਣ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਤਾਂ ਜਿਹੜੀ ਚੀਜ਼ ਦੇ ਉੱਪਰ ਹਜੇ ਡਿਸਕਸ਼ਨ ਹੀ ਨਹੀਂ ਹੋਈ, ਮੈਂ ਦੱਸ ਨਹੀਂ ਨਾ ਸਕਦਾ। ਜੋ ਤਾਂ ਐਵੇਂ ਉਹ ਤਾਂ ਹਾਈਪੋਥੈਟੀਕਲ ਜਵਾਬ ਹੋਏਗਾ ਉਹਦਾ। ਬਿਲਕੁਲ ਅਮਨ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਸ ਮੁੱਦੇ 'ਤੇ ਵਿਚਾਰ ਨਹੀਂ ਹੋਈ, ਪਰ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿਉਂਕਿ ਕਈ ਜਿਹੜੇ ਇੱਦਾਂ ਦੇ ਪਾਰਟੀਆਂ ਇੱਥੇ ਗਰੁੱਪ ਹੈਗੇ ਹੈ, ਜੇ ਅਕਾਲੀ ਦਲ ਦਾ ਇੱਕ ਗਰੁੱਪ ਹੈ ਜਿੱਥੇ ਰਣਜੀਤ ਸਿੰਘ ਬ੍ਰਹਮਪੁਰਾ, ਇੱਦਾਂ ਹੀ ਸੁਖਦੇਵ ਸਨੀਟ ਸਾਹਿਬ ਜਾਂ ਕੁਛ ਹੋਰ ਲੋਕ ਹੈਗੇ ਹੈ
ਜਿਹੜੇ ਕਈ ਵਾਰ ਪਿਛਲੇ ਦਿਨਾਂ 'ਚ ਵੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਚਾਹਾਂਗੇ ਕਿ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ ਜਾਂ ਭਾਰਤੀ ਜਨਤਾ ਪਾਰਟੀ ਹੈ, ਇਸ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਜਿਹੜਾ ਗਠਬੰਧਨ ਬਣ ਸਕੇ। ਇੱਦਾਂ ਦੀ ਗੱਲ ਪਾਰਟੀ ਦੇ ਅੰਦਰ ਜੇ ਕੋਈ ਆਉਂਦੇ ਆ ਲੈ ਕੇ ਤਾਂ ਵਿਚਾਰੀ ਜਾ ਸਕਦੀ ਹੈ। ਮੈਂ ਵਿਚਾਰਨ ਦੀ ਗੱਲ ਕਰਦਾ। ਨਹੀਂ ਦੇਖੋ, ਡੈਫੀਨੇਟਲੀ ਗੱਲ ਕੋਈ ਵੀ ਅਜਿਹੀ ਤਾਂ ਹੁੰਦੀ ਨਹੀਂ ਹੈਗੀ ਜਿਹੜੀ ਬਿਨਾਂ ਵਿਚਾਰੇ ਤੁਸੀਂ ਰਿਜੈਕਟ ਕਰ ਦਿਓ। ਮੈਂ ਸਮਝਦਾ ਕਿ ਜਿਹੜੀ ਪੋਲਿਟਿਕਸ ਹੈ ਉਹ ਓਪਰਚੁਨਿਟੀਜ਼ ਦਾ ਸਮੁੰਦਰ ਹੁੰਦੀ ਹੈ। ਹਰੇਕ ਚੀਜ਼ ਨੂੰ ਸੋਚ ਵਿਚਾਰ ਕਰਕੇ ਹੀ ਉਹਦੇ ਉੱਪਰ ਫੈਸਲੇ ਨੇ ਜਿਹੜੇ ਉਹ ਲਏ ਜਾਂਦੇ ਨੇ। ਜੇ ਇਸ ਤਰੀਕੇ ਦੀ ਗੱਲ ਮੈਂ ਹੈ ਜੇ ਵਿਦਨ ਪਾਰਟੀ ਮੈਂ ਕੋਈ ਇਸ ਤਰੀਕੇ ਦੀ ਗੱਲ ਕਿਸੇ ਸੀਨੀਅਰ ਲੀਡਰਸ਼ਿਪ ਵੱਲੋਂ ਸੁਣੀ ਨਹੀਂ ਹੈਗੀ। ਮੈਨੂੰ ਲੱਗਦਾ ਕਿ ਜਦੋਂ ਵੀ ਕੋਈ ਇਸ ਤਰੀਕੇ ਦੀ ਗੱਲ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਕਿਸੇ ਵੀ ਧਿਰ ਕੋਲੇ ਆਮ ਆਦਮੀ ਪਾਰਟੀ ਕੋਲੇ ਆਉਂਦੀ ਹੈ ਤੇ ਉਹਨੂੰ ਬੜੀ ਸੰਜੀਦਗੀ ਦੇ ਨਾਲ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਉੱਪਰ ਸੋਚ ਵਿਚਾਰ ਹੋਏਗਾ ਤੇ ਉਹਦੇ ਅਕੋਰਡਿੰਗਲੀ ਫੈਸਲਾ ਹੋਏਗਾ। ਲਵਨ ਜੀ, ਹੁਣ ਸਵਾਲ ਉਹ ਪੁੱਛ ਰਿਹਾ ਜਿਹੜਾ ਤੁਸੀਂ ਬਿਲਕੁਲ ਆਰਾਮ ਨਾਲ ਜਵਾਬ ਦੇ ਸਕਦੇ ਹੋ। ਪੰਜਾਬ ਦੇ ਅੰਦਰ ਦੇਖੋ ਜਿਹੜੇ ਮੁੱਖ ਰਾਜਸੀ ਧਿਰਾਂ ਹੈਗੀਆਂ, ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕਿਹਦੇ ਨਾਲ ਮੁੱਖ ਟੱਕਰ ਹੋ ਸਕਦੀ ਹੈ? ਕਾਂਗਰਸ ਹੈ, ਅਕਾਲੀ ਦਲ ਹੈ, ਬੀਜੇਪੀ ਹੈ ਜਾਂ ਹੋਰ ਕੋਈ ਗਰੁੱਪ ਵੀ ਹੋ ਸਕਦੇ? ਦੇਖੋ ਸਿੱਧੂ ਸਾਹਿਬ, ਇਸ ਤਰ੍ਹਾਂ ਹੈ ਕਿ ਜੇ ਤਾਂ ਤੁਸੀਂ ਪੋਲੀਟੀਕਲ ਪਾਰਟੀਆਂ ਨਾਲ ਸੋਚਦੇ ਹੋ, ਪੁੱਛਦੇ ਹੋ ਵੀ ਕਿਹਦੇ ਨਾਲ ਮੁਕਾਬਲਾ ਹੋ ਸਕਦਾ, ਉਹ ਤਾਂ ਲੋਕ ਤੈਅ ਕਰਨਗੇ ਕਿ ਕਿਹਦੇ ਨਾਲ ਮੁਕਾਬਲਾ ਹੋ ਸਕਦਾ। ਪਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਤੁਸੀਂ ਸਿਆਸੀ ਪਾਰਟੀਆਂ ਨਾਲ ਮੁਕਾਬਲਾ ਕਰਦੇ ਹੋ ਤਾਂ ਦੈਟ ਮੀਨਸ ਤੁਸੀਂ ਸੱਤਾ ਤੇ ਕਾਬਜ਼ ਹੋਣ ਲਈ ਇੱਕ ਰੈਟ ਰੇਸ ਦੇ ਵਿੱਚ ਲੱਗੇ ਹੋਏ ਹੋ। ਸਾਡੀ ਲੜਾਈ ਹੈ ਜਿਹੜੀ ਸਹੀ ਮਾਇਨੇ ਜੇ ਸਿਧਾਂਤਕ ਤੌਰ ਦੇ ਉੱਪਰ ਪੁੱਛੀਏ, ਆਈਡੀਓਲੋਜੀਕਲ ਤੌਰ 'ਤੇ ਤੁਸੀਂ ਪੁੱਛਣਾ ਚਾਹੁੰਦੇ ਹੋ, ਤੇ ਸਾਡੀ ਆਮ ਆਦਮੀ ਪਾਰਟੀ ਦੀ ਲੜਾਈ ਹੈ ਜਿਹੜੀ ਉਹ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਹੈਗੀ। ਉਹ ਜਿਹੜਾ ਇੱਥੇ ਇਹਨਾਂ ਪਾਰਟੀਆਂ ਨੇ ਪੰਜਾਬ ਦਾ ਸਿਸਟਮ ਦੇ ਵਿੱਚ ਨਿਘਾਰ ਲਿਆਉਂਦਾ, ਸਾਡੀ ਲੜਾਈ ਹੈਗੀ ਜੋ ਘਰ ਘਰ ਖੁਦਕੁਸ਼ੀਆਂ ਕਿਸਾਨਾਂ ਦੀਆਂ ਹੋ ਰਹੀਆਂ ਨੇ। ਸਾਡੀ ਲੜਾਈ ਹੈਗੀ ਜੋ ਘਰ ਘਰ ਨਸ਼ੇ ਨੇ ਪਹੁੰਚ ਚੁੱਕੇ ਨੇ, ਜਿਹਦੀ ਵਜ੍ਹਾ ਕਰਕੇ 70 ਘਰ ਘਰ ਵਿਚਦੇ ਨੇ। ਮਾਫੀਆ ਰਾਜ ਚੱਲ ਰਿਹਾ ਹੈ ਪੰਜਾਬ। ਤਕਰੀਬਨ ਜਦੋਂ ਇਹ ਸਰਕਾਰ ਜਾਣੀ ਹੈ 3 ਲੱਖ ਕਰੋੜ ਦਾ ਕਰਜ਼ਈ ਹੋ ਜਾਣਾ। ਇੰਡਸਟਰੀ ਇੱਥੋਂ ਬਾਹਰ ਜਾ ਰਹੀ ਹੈ। ਹੈਲਥ ਔਰ ਐਜੂਕੇਸ਼ਨ ਸਰਵਿਸਿਜ਼ ਨੇ ਜਿਹੜੀਆਂ ਉਹ ਆਪ ICU ਦੇ ਵਿੱਚ ਪਏ ਨੇ। ਸਾਡੀ ਲੜਾਈ ਹੈ ਜਿਹੜੀ ਉਹ ਉਹਨਾਂ ਇਸ਼ੂਜ਼ ਦੇ ਨਾਲ ਹੈ ਜਿਹਨੂੰ ਅਸੀਂ ਪੰਜਾਬ ਨੂੰ ਦੁਬਾਰਾ ਟਰੈਕ 'ਤੇ ਲੈ ਕੇ ਆਉਣ ਲਈ ਅਸੀਂ ਲੜਾਈ ਜਿਹੜੀ ਲੜ ਰਹੇ ਹਾਂ। ਹੁਣ ਸਿਆਸੀ ਲੜਾਈ ਜਿਹੜੀ ਬੈਲਟ ਦੀ ਲੜਾਈ ਹੈ ਉਹ ਤਾਂ 15 ਦਿਨ ਇਲੈਕਸ਼ਨ ਵਾਲੇ ਦਿਨ ਚੱਲਣੀ ਹੈ। ਔਰ ਇਹ ਮੈਂ ਨਹੀਂ ਤੈਅ ਕਰ ਸਕਦਾ ਜੀ, ਮੈਂ ਨਹੀਂ ਦੱਸ ਸਕਦਾ, ਕਿਉਂਕਿ ਮੈਂ ਤਾਂ ਇੱਕ ਛੋਟਾ ਜਿਹਾ ਪੋਲੀਟੀਕਲ ਵਰਕਰ ਹਾਂ। ਮੈਂ ਕੋਈ ਜੋਤਸ਼ੀ ਦਾ ਹੈ ਨਹੀਂ ਵੀ ਕਿਹੜੀ ਪਾਰਟੀ ਨਾਲ ਲੜਾਈ ਹੋਣੀ ਹੈ। ਉਹ ਤਾਂ ਕਿਹਦਾ ਉਭਾਰ ਆ ਜਾਊਗਾ, ਕਿਹਦਾ ਨਿਗਾਰ ਆ ਜਾਊਗਾ ਇਲੈਕਸ਼ਨ ਆਉਂਦੇ ਆਉਂਦੇ, ਉਹ ਤਾਂ ਨਹੀਂ ਨਾ ਕਿਹਾ ਜਾ ਸਕਦਾ ਹੈਗਾ ਨੇ। ਪਰ ਆਲ ਸੈਡ ਐਂਡ ਡਨ ਮੈਂ ਮੰਨ ਕੇ ਚੱਲਦਾ ਕਿ ਜੇ ਸਹੀ ਮਾਇਨੇ ਦੇ ਵਿੱਚ, ਜੇ ਤਾਂ ਅੱਜ ਤੁਹਾਡੇ ਜ਼ਰੀਏ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਗੱਲ ਕਹਿਣੀ ਚਾਹੂੰਗਾ ਕਿ ਜੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ 70 ਸਾਲਾਂ ਦੇ ਸਮੇਂ ਦੇ ਵਿੱਚ, ਜਾਂ ਇਹਨਾਂ ਆਪਾਂ ਜ਼ਿਆਦਾ ਦੂਰ ਨਾ ਜਾਈਏ, ਇਹਨਾਂ 15 ਸਾਲਾਂ ਦੇ ਸਮੇਂ ਦੇ ਵਿੱਚ ਪੰਜਾਬ ਨੇ ਹਰੇਕ ਪੱਖੋਂ ਤਰੱਕੀ ਕੀਤੀ ਹੈ, ਪੰਜਾਬ ਖੁਸ਼ਹਾਲ ਹੋਇਆ, ਫਿਰ ਤਾਂ ਬੇਸ਼ੱਕ ਇਹਨਾਂ ਦੇ ਜੰਜਾਲ ਦੇ ਵਿੱਚ ਕਾਂਗਰਸ, ਅਕਾਲੀ ਦਲ, BJP ਦੇ ਜੰਜਾਲ ਦੇ ਵਿੱਚ ਉਲਝ ਜਾਓ। ਜੇ ਤੁਸੀਂ ਸਮਝਦੇ ਹੋ ਕਿ ਨਹੀਂ ਪੰਜਾਬ ਪਿਛਾਂਹ ਨੂੰ ਗਿਆ, ਪੰਜਾਬ ਨਿਘਾਰ ਵੱਲ ਗਿਆ ਹਰੇਕ ਪੱਖੋਂ, ਤੇ ਫਿਰ ਇੱਕ ਨਵਾਂ ਆਲਟਰਨੇਟਿਵ ਜਿਹੜਾ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਚੁਣਨਾ ਚਾਹੀਦਾ। ਇਹ ਕੋਈ ਕੁੰਭ ਦਾ ਮੇਲਾ ਹੈ ਨਹੀਂ ਜਿਹੜਾ ਕਿ 12 ਜਾਂ 14 ਸਾਲ ਆਉਣਾ ਨਹੀਂ ਹੈਗਾ। ਇਹ ਤਾਂ 5 ਸਾਲਾਂ ਦੇ ਦਿਨ ਦੇ ਇਹ ਤਾਂ ਉਂਗਲਾਂ ਤੇ ਨਿਕਲ ਜਾਣੇ ਨੇ ਫਿਰ ਦੁਬਾਰਾ। ਜੀ ਅਮਨ ਜੀ, ਇਹਦੇ ਨਾਲ ਹੀ ਜੁੜਿਆ ਵਾ ਸਵਾਲ ਹੈ। ਜਦੋਂ ਆਪਾਂ ਤੁਸੀਂ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦਾ ਜ਼ਿਕਰ ਕੀਤਾ ਕਿ ਪੰਜਾਬ ਕਿਵੇਂ ਨਿਘਾਰ ਦੇ ਵਿੱਚ ਗਿਆ, ਇਸ ਨਿਘਾਰ ਚਲ ਜਾਣ ਦੇ ਲਈ ਜੇ ਆਪਾਂ ਗੱਲ ਕਰੀਏ, ਕਾਂਗਰਸ ਤੇ ਅਕਾਲੀ ਦਲ, BJP ਜਿਹੜਾ ਗੱਠ ਜੁੜ ਰਿਹਾ ਹੈ, ਦੋਨੇ ਬਰਾਬਰ ਦੇ ਜ਼ਿੰਮੇਵਾਰ ਹੈ ਜਾਂ ਕਿਸੇ ਧਿਰ ਦੀ ਵੱਧ ਭੂਮਿਕਾ ਰਹੀ ਹੈ ਪੰਜਾਬ ਦਾ ਪੱਠਾ ਬਿਠਾਉਣ 'ਚ? ਨਹੀਂ ਦੇਖੋ, ਹੁਣ ਤਾਂ ਦੋਨਾਂ ਦੀ ਆਪਾਂ ਬਰਾਬਰੀ ਮੰਨਾਂਗੇ, ਕਿਉਂਕਿ ਜੋ 10 ਸਾਲਾਂ ਦੇ ਵਿੱਚ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ, ਜੇ ਕਿਸਾਨੀ ਖੁਦਕੁਸ਼ੀਆਂ ਵਧੀਆਂ ਉਦੋਂ ਵਧੀਆਂ, ਜੇ ਘਰ ਘਰ ਨਸ਼ੇ ਪਹੁੰਚੇ ਤਾਂ ਉਦੋਂ ਪਹੁੰਚੇ, ਜੇ ਲੈਂਡ ਮਾਫੀਆ, ਬਿਜਲੀ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਸਾਰੇ ਮਾਫੀਆ ਚੱਲੇ, ਸ਼ਰਾਬ ਮਾਫੀਆ ਚੱਲੇ, ਪਿਛਲੀ ਸਰਕਾਰ ਵੇਲੇ ਚੱਲੇ। ਜੇ ਅਕਾਲੀ ਦਲ ਨੇ ਜਦੋਂ ਸੱਤਾ ਦੇ ਵਿੱਚ ਆਇਆ ਸੀ 2007 ਦੇ ਵਿੱਚ, ਉਦੋਂ 52,000 ਕਰੋੜ ਦਾ ਪੰਜਾਬ ਸਿਰ ਕਰਜ਼ਾ ਸੀਗਾ। ਜਦੋਂ ਛੱਡ ਕੇ ਗਏ ਉਦੋਂ 1,96,000 ਕਰੋੜ ਦਾ ਹੋ ਗਿਆ, ਯਾਨੀ 1,46,000 ਕਰੋੜ ਉਹਨਾਂ ਨੇ 10 ਸਾਲਾਂ ਚੜ੍ਹਾਇਆ। ਹੁਣ 4 ਸਾਲ ਜਦੋਂ ਬੀਤ ਚੁੱਕੇ ਨੇ, ਅਖੀਰਲੇ ਸਾਲ ਦੇ ਵਿੱਚ ਕਾਂਗਰਸ ਸਰਕਾਰ ਐਂਟਰ ਕਰ ਚੁੱਕੀ ਹੈ, ਸਾਰੇ ਦੇ ਸਾਰੇ ਮਾਫੀਆਜ਼ ਇਨ ਬਿਨ ਉਵੇਂ ਉਸੇ ਤਰੀਕੇ ਚੱਲ ਰਹੇ ਨੇ। ਬੇਅਦਬੀਆਂ ਦੇ ਦੋਸ਼ੀ ਅੱਜ ਵੀ ਉਸੇ ਤਰੀਕੇ ਨਾਲ ਬਾਹਰ ਘੁੰਮ ਰਹੇ ਨੇ। ਨਸ਼ੇ ਅੱਜ ਵੀ ਉਸੇ ਤਰੀਕੇ ਵਿਕਰਾਲ ਰੂਪ ਧਾਰੀ ਖੜ੍ਹੇ ਨੇ। ਪੰਜਾਬ ਦੇ ਪਾਣੀ ਅੱਜ ਵੀ ਨੀਚੇ ਜਾ ਰਹੇ ਨੇ। ਕਿਸਾਨ ਖੁਦਕੁਸ਼ੀਆਂ ਅੱਜ ਵੀ ਕਰ ਰਹੇ ਨੇ। ਇਹਨਾਂ ਇੱਕ ਪਿਛਲੇ ਬਜਟ ਸੈਸ਼ਨ 'ਚ ਮੈਂ CM ਸਾਹਿਬ ਨੂੰ ਤੇ FM ਮਨਪ੍ਰੀਤ ਬਾਦਲ ਜੀ ਨੂੰ ਕਿਹਾ ਵੀ ਸੀਗਾ, ਆਪ ਸਰਕਾਰ ਮੰਨਦੀ ਹੈ ਕਿ ਜਦੋਂ 2022 ਦੇ ਵਿੱਚ ਛੱਡ ਕੇ ਜਾਣਗੇ ਉਦੋਂ ਪੰਜਾਬ ਦਾ ਕਰਜ਼ਾ ਜਿਹੜਾ ਉਹ 2,92,000 ਕਰੋੜ ਹੋ ਜਾਊਗਾ, ਕਿਉਂਕਿ ਨੀਤੀ ਆਯੋਗ ਨੂੰ ਹਰੇਕ ਸਾਲ
ਰਾਜ ਸਰਕਾਰਾਂ ਨੇ AFS ਯਾਨੀ ਕਿ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦੇ ਕੇ ਆਉਣੀ ਹੁੰਦੀ ਹੈ। ਉਹ 'ਚ ਸਾਰਾ ਲੇਖਾ ਜੋਖਾ ਦੇਣਾ ਹੁੰਦਾ। ਉਹ 'ਚ ਆਪ ਮੰਨਦੇ ਨੇ ਵੀ ਇੰਨਾ ਕਰਜ਼ਾ ਹੋ ਜਾਊਗਾ। ਹੁਣ ਪੰਜਾਬ ਦੀ ਇਸ ਜੋ ਬਰਬਾਦੀ ਦੇ ਕੰਗਾਲੀ ਦੇ ਕੰਢੇ 'ਤੇ ਖੜਾ ਕਰ ਰੱਖਿਆ ਹੈ, ਬਦਕਿਸਮਤੀ ਇਸ ਗੱਲ ਦੀ ਹੈ ਕਿ 5ਵੇਂ ਸਾਲ 'ਚ ਐਂਟਰ ਕਰ ਗਏ, ਹਜੇ ਤੱਕ ਇਹਨਾਂ ਦਾ ਕੋਈ ਵਿਜ਼ਨ, ਕੋਈ ਬਲੂ ਪ੍ਰਿੰਟ, ਕੋਈ ਰੋਡ ਮੈਪ ਹੈ ਜਿਹੜਾ ਸਰਕਾਰ ਦਾ, ਉਹ ਦੇਖਣ ਨੂੰ ਨਹੀਂ ਮਿਲਿਆ। ਹੁਣ ਇਹਦੇ 'ਚ ਬਹੁਤ ਵੱਡੇ ਵੱਡੇ ਐਲਾਨ ਨੇ ਜਿਹੜੇ ਜੋ ਕਰ ਦਿੱਤੇ ਜਾਣਗੇ, ਤਾਂ ਇਹਦਾ ਮਤਲਬ ਤਾਂ ਇਹ ਹੋਇਆ ਕਿ ਤੁਸੀਂ ਦੁਬਾਰਾ ਚੋਣਾਂ ਲੁੱਟਣ ਦੇ ਲਈ ਇਹ ਐਲਾਨ ਨੇ ਜਿਹੜੇ ਉਹ ਕਰ ਰਹੇ ਹੋ। ਜੇ ਪਹਿਲੇ ਦਿਨ ਉਹਨਾਂ ਕੰਮਾਂ ਦੇ ਉੱਪਰ ਜਿਹੜੇ ਕਿ ਹੁਣ ਕੱਲ੍ਹ ਕਹਿੰਦੇ ਨੇ ਕਿ ਜੀ ਅਸੀਂ ED ਬਣਾ ਦਾਂਗੇ ਰੇਤ ਮਾਫੀਆ ਦੇ ਲਈ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਜੋ ਪਹਿਲੇ ਦਿਨ ਉਹਨਾਂ ਦੇ ਉੱਪਰ ਵਰਕਿੰਗ ਸ਼ੁਰੂ ਕੀਤੀ ਤਾਂ ਅੱਜ ਉਹਦੇ ਰਿਜ਼ਲਟਸ ਨੇ ਜਿਹੜੇ ਦੇਖਣੇ ਸ਼ੁਰੂ ਹੁੰਦੇ। ਸੋ ਇਸ ਕਰਕੇ ਵਾਟ ਆਈ ਮੀਨ ਟੂ ਸੇ ਇਜ਼ ਕਿ ਦੋਨੋਂ ਇਨਫੈਕਟ ਤਿੰਨੋਂ ਪਾਰਟੀਆਂ ਇਹਦੇ ਲਈ ਇਕੁਅਲੀ ਰਿਸਪੌਂਸਿਬਲ ਨੇ। ਅਮਨ ਜੀ, ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿਰੋਧ ਵਿੱਚ ਭਾਜਪਾ ਇਸ ਵੇਲੇ ਏਜੰਡੇ 'ਤੇ ਹੈ। ਭਾਜਪਾ ਪੰਜਾਬ ਨਾਲ ਕਿੱਡਾ ਕੁ ਵੱਡਾ ਵਿਤਕਰਾ ਕਰ ਰਹੀ ਹੈ? ਸਮੇਂ ਦੇ ਲਿਹਾਜ਼ ਨਾਲ ਕਮੈਂਟ ਚਾਹਾਂਗਾ, ਪਰ ਸੰਖੇਪ 'ਚ। ਨਹੀਂ, ਦੇਖੋ ਇਸ ਤੋਂ ਵੱਡਾ ਵਿਤਕਰਾ ਹੋਰ ਕੀ ਹੋਊਗਾ ਜੀ ਕਿ ਪੰਜਾਬ ਜਿਹਦੀ ਇਕੋਨਮੀ ਸਾਰੀ ਦੀ ਸਾਰੀ ਐਗਰੀਕਲਚਰ ਦੇ ਉੱਪਰ ਡਿਪੈਂਡੈਂਟ ਹੈ। ਤੁਸੀਂ ਜਦੋਂ ਤਾਂ 1965-66 ਦੇ 'ਚ ਗ੍ਰੀਨ ਰੈਵੋਲੂਸ਼ਨ ਦੇਸ਼ ਦੇ ਢਿੱਡ ਭਰਨ ਦੀ ਲੋੜ ਸੀਗੀ, ਉਦੋਂ ਪੰਜਾਬ ਨੂੰ ਯੂਜ਼ ਕਰ ਲਿਆ। ਇੱਕ ਹੁੰਦਾ ਯੂਜ਼ ਐਂਡ ਥਰੋ, ਇੱਕ ਹੁੰਦਾ ਯੂਜ਼ ਐਂਡ ਡਿਸਟਰੋਏ। ਇਹ ਕੇਂਦਰ ਸਰਕਾਰ ਪੰਜਾਬ ਨੂੰ ਡਿਸਟਰੋਏ ਕਰਨ ਲੱਗੀ ਹੋਈ ਹੈ। ਜੇ ਸਾਡਾ ਕਿਸਾਨ ਖਤਮ ਹੋ ਗਿਆ ਤਾਂ ਇਹ ਨਾ ਮੰਨ ਕੇ ਚੱਲੀਏ ਆਪਾਂ ਇਕੱਲਾ ਕਿਸਾਨ ਖਤਮ ਹੋਊਗਾ, ਉਹਦੇ ਨਾਲ ਇੰਡਸਟਰੀ, ਉਹਦੇ ਨਾਲ ਵਪਾਰੀ, ਉਹਦੇ ਨਾਲ ਮਜ਼ਦੂਰ, ਉਹਦੇ ਨਾਲ ਅਲਟੀਮੇਟਲੀ ਬਾਈ ਦਾ ਐਂਡ ਆਫ ਦਾ ਜਿਹੜਾ ਕੰਜ਼ਿਊਮਰ ਹੈ ਉਹ ਵੀ ਤਬਾਹ ਹੋ ਜਾਏਗਾ। ਸੋ ਬਹੁਤ ਵੱਡੇ ਵਿਤਕਰੇ ਨੇ। ਔਰ ਫਿਰ ਉਸ ਤੋਂ ਇਲਾਵਾ ਸਾਰੇ ਸੈਕਟਰਸ ਦੇ ਉੱਪਰ, ਚਾਹੇ ਐਗਰੀਕਲਚਰ ਦੀ ਆਪਾਂ ਗੱਲ ਕਰ ਲਈਏ, ਚਾਹੇ ਪਾਵਰ ਸੈਕਟਰ ਦੀ ਬਿਜਲੀ ਦੀ ਗੱਲ ਕਰ ਲਈਏ, ਚਾਹੇ ਟੈਕਸੇਸ਼ਨ ਦੀ ਆਪਾਂ GST ਲਾ ਕੇ ਇਹਨਾਂ ਨੇ ਹਰੇਕ ਫੈਡਰਲ ਸਟਰਕਚਰ ਨੂੰ ਢਾਹ ਲਾ ਕੇ ਸਾਰੇ ਅਧਿਕਾਰ ਹੈ ਜਿਹੜਾ ਕੇਂਦਰ ਆਪਦੇ ਕੋਲ ਲੈ ਕੇ ਜਾ ਰਿਹਾ ਹੈ, ਜਿਹਦੀ ਵਜ੍ਹਾ ਕਰਕੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਸਿੱਧੂ ਸਾਹਿਬ ਕਿ ਸਟੇਟਾਂ ਨੇ ਜਿਹੜੀਆਂ ਉਹ ਇੱਕ ਡਿਫੰਕਟ ਪੈਨੀਲੈਸ ਕਾਰਪੋਰੇਸ਼ਨਸ ਦੀ ਤਰ੍ਹਾਂ ਰਹਿ ਜਾਣਗੇ, ਜਿਨ੍ਹਾਂ ਦੇ ਹੱਥ 'ਚ ਇਕੱਲਾ ਕਟੋਰਾ ਹੋਊਗਾ ਕਿ ਜਾ ਕੇ ਕੇਂਦਰ ਤੋਂ ਮੰਗ ਲਿਓ। ਅਮਨ ਜੀ, ਇਹਦੇ ਨਾਲ ਹੀ ਬਹੁਤ ਵੱਡਾ ਸਵਾਲ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਅਗਲੇ ਦਿਨਾਂ 'ਚ ਆਮ ਆਦਮੀ ਪਾਰਟੀ ਬਾਘਾ ਪੁਰਾਣਾ 'ਚ ਕਿਸਾਨ ਮਹਾਪੰਚਾਇਤ ਕਰ ਰਹੀ ਹੈ। ਤੁਹਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਹੈ। ਕੀ ਲੱਗਦਾ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਸ ਆ ਰਹੀਆਂ, ਵਿਧਾਨ ਸਭਾ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ 'ਚ ਆਮ ਆਦਮੀ ਪਾਰਟੀ ਲਈ ਕਿਸਾਨੀ ਮੁੱਦਾ ਮੁੱਖ ਏਜੰਡੇ ਦੇ ਤੌਰ 'ਤੇ ਲਾਉਂਗੇ? ਨਹੀਂ, ਇਹ ਇਕੱਲਾ ਆਮ ਆਦਮੀ ਪਾਰਟੀ ਦਾ ਮੁੱਦਾ ਨਹੀਂ ਹੈ ਜੀ, ਇਹ ਪੰਜਾਬ ਦੀ ਹੋਂਦ ਨੂੰ ਬਚਾਉਣ ਦਾ ਮੁੱਦਾ ਹੈ। ਜੇ ਪੰਜਾਬ ਦੀ ਕਿਸਾਨੀ ਬਚੇਗੀ, ਹੁਣ 70% ਪੰਜਾਬ ਦੇ ਪਰਿਵਾਰ ਨੇ ਜਿਹੜੇ ਉਹ ਕਿਸਾਨੀ ਦੇ ਉੱਪਰ ਡਿਪੈਂਡੈਂਟ ਨੇ। ਤਕਰੀਬਨ 65-70 ਹਜ਼ਾਰ ਕਰੋੜ ਹੈ ਜਿਹੜਾ ਉਹ ਕਣਕ ਔਰ ਝੋਨੇ ਦੇ ਰਾਹੀਂ ਪੰਜਾਬ ਦੀ ਇਕੋਨਮੀ ਦੇ ਵਿੱਚ ਆਉਂਦਾ ਹੈ। ਜੇ ਉਹੀ ਅੱਧਾ ਆਉਣ ਲੱਗ ਗਿਆ, ਅੱਧਾ ਪੈਸਾ ਆਉਣ ਲੱਗ ਗਿਆ, ਤੇ ਪੰਜਾਬ ਦੀ ਇਕੋਨਮੀ ਜਿਹੜੀ ਖਤਮ ਹੋ ਜਾਏਗੀ। ਸੋ ਇਸ ਕਰਕੇ ਆਲ ਸੈਡ ਐਂਡ ਡਨ, ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਪਏ ਕਿਸਾਨ ਨੂੰ ਜੇ ਬਚਾਉਣਾ ਹੈ ਤਾਂ ਉਹਨਾਂ ਦੇ ਲਈ ਹਾਂ ਦਾ ਨਾਅਰਾ ਮਾਰਨਾ ਪਊਗਾ, ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਪਊਗੀ। ਔਰ ਅਨਫੋਰਚੂਨੇਟਲੀ ਹੋਇਆ ਕੀ ਹੈ, ਮੈਂ ਕੱਲ੍ਹ ਵੀ ਬੋਲਿਆ ਸੀਗਾ ਵਿਧਾਨ ਸਭਾ 'ਚ ਕਿ ਹੁਣ ਤੱਕ ਸਟੇਟ ਗੌਰਮੈਂਟ ਨੂੰ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਚੱਲ ਪੈਣਾ ਚਾਹੀਦਾ ਸੀਗਾ। ਜੇ ਕੇਰਲਾ 16 ਸਬਜ਼ੀਆਂ ਔਰ ਫਲਾਂ ਦੇ ਉੱਪਰ MSP ਦੇ ਸਕਦੀ ਹੈ ਕਿ ਜੇ ਤੁਸੀਂ ਇਹ ਲਗਾਓ ਤੇ ਇਹਦੀ MSP ਹੈ, ਜਿੰਨਾ ਤੁਹਾਨੂੰ ਡਿਫਰੈਂਸ਼ੀਅਲ ਗੈਪ ਹੈ, ਜਿੰਨਾ ਘਾਟਾ ਪੈਂਦਾ ਉਹ ਅਸੀਂ ਪੂਰਾ ਕਰਾਂਗੇ, ਤੇ ਫਿਰ ਪੰਜਾਬ ਕਿਉਂ ਨਹੀਂ ਕਰ ਸਕਦਾ ਜੀ? ਇਹ ਕੀਤਾ ਸਾਰਾ ਕੁਝ ਜਾ ਸਕਦਾ ਹੈ। ਜਿਹੜੀ ਅਸੀਂ ਪਹਿਲਾਂ ਇੱਕ ਵਾਰ ਗੱਲ ਚੱਕੀ ਸੀਗੀ, ਕਿਹਾ ਸੀਗਾ ਕਿ ਜੇ ਕੇਂਦਰ ਸਰਕਾਰ ਭੱਜਦੀ ਹੈ ਤਾਂ ਪੰਜਾਬ ਸਰਕਾਰ ਨੂੰ MSP ਅਸ਼ੋਰਡ ਕਰਨੀ ਚਾਹੀਦੀ ਹੈ। ਉਹ ਪ੍ਰੈਕਟੀਕਲੀ ਪੋਸੀਬਲ ਹੈ ਜੀ। ਮੈਂ ਤੁਹਾਨੂੰ ਅੰਕੜਿਆਂ ਦੇ ਨਾਲ, ਤੁਸੀਂ ਕਦੇ ਅੱਜ ਤੁਹਾਡੇ ਕੋਲ ਜੇ ਇੰਨਾ ਟਾਈਮ ਨਹੀਂ ਹੈ ਦੁਬਾਰਾ ਰੱਖ ਲਿਓ, ਮੈਂ ਤੁਹਾਨੂੰ ਇਕੱਲੀ ਫਿਗਰ ਦੇ ਨਾਲ ਦੱਸ ਸਕਦਾ, ਸਮਝਾ ਸਕਦਾ ਕਿ ਕਿਵੇਂ ਸਟੇਟ ਸੈਲਫ ਸਫੀਸ਼ੀਐਂਟ ਹੈ ਜਿਹੜੀ ਆਪਦੇ ਪੈਰਾਂ ਸਿਰ ਖੜੀ ਹੋ ਸਕਦੀ ਹੈ। ਪਰ ਉਹਦੇ ਲਈ ਸਹੀ ਰਾਹ ਅਡਾਪਟ ਕਰਨਾ ਪਊਗਾ, ਸੌਖਾ ਰਾਹ ਅਡਾਪਟ ਕਰਕੇ ਕੰਮ ਨਹੀਂ ਚੱਲਣਾ ਜੀ। ਇੱਕ ਸਵਾਲ ਅਕਾਲੀ ਦਲ ਵੱਲੋਂ ਉਠਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਿਰਫ ਵੋਟਾਂ ਬਟੋਰਨ ਦੇ ਲਈ ਕਿਸਾਨਾਂ ਦੀ ਗੱਲ ਕਰਦੀ ਹੈ ਜੀ। ਦਿੱਲੀ ਦੇ 'ਚ ਚਾਹੇ ਆਪਾਂ ਕੇਸਿਸ ਦੀ ਗੱਲ ਕਰ ਲਈਏ, ਦੂਜਿਆਂ ਦੀ ਗੱਲ ਕਰ ਲਈਏ, ਉਹਦੇ 'ਚ ਆਮ ਆਦਮੀ ਪਾਰਟੀ ਦੀ ਭੂਮਿਕਾ ਜਿਹੜੀ ਹੈਗੀ ਹੈ ਉਹ ਕੋਈ ਬਹੁਤੀ ਹਾਂ ਪੱਖੀ ਨਹੀਂ ਹੈ। ਦੇਖੋ ਸਿੱਧੂ ਸਾਹਿਬ, ਇਸ ਤਰ੍ਹਾਂ ਹੈ ਕਿ ਜੇ ਤਾਂ ਕੋਈ ਪੰਜਾਬ ਦਾ ਸਵਾਲ ਹੈ, ਕੋਈ ਪੰਜਾਬੀਆਂ ਦਾ ਮੁੱਦਾ ਹੈ, ਮਸਲਾ ਹੈ, ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ, ਤੁਸੀਂ ਉਹ ਮੈਨੂੰ ਜੀ ਸਦਕੇ ਕਰੋ, ਮੈਂ ਇਕੱਲੇ ਦਾ ਜਵਾਬ ਦੇਣ ਲਈ ਪਾਬੰਦ ਹਾਂ। ਪਰ ਹੁਣ ਅਕਾਲੀ ਦਲ ਜਿਹੜਾ ਪੰਜਾਬ ਤੇ ਪੰਜਾਬੀਆਂ ਦਾ ਦੋਖੀ ਹੋਵੇ, ਜਿਹੜਾ ਕਿਸਾਨਾਂ ਦਾ ਦੋਖੀ ਹੋਵੇ, ਜਿਹੜਾ ਗੁਰੂ ਸਾਹਿਬ ਦਾ ਦੋਖੀ ਹੋਵੇ, ਜਿਹੜਾ ਪੰਜਾਬ ਦੀ ਜਵਾਨੀ ਦਾ ਦੋਖੀ ਹੋਵੇ, ਉਹਨਾਂ ਦੇ ਇਹਨਾਂ ਬੇਸਲੈਸ ਔਰ ਰਿਡੀਕੂਲਸ ਐਲੀਗੇਸ਼ਨ ਦਾ ਮੈਂ ਕੀ ਜਵਾਬ ਦੇਵਾਂ? ਇਹ ਜਵਾਬ ਉਹਨਾਂ ਨੂੰ 2017 'ਚ ਆਲਰੇਡੀ ਲੋਕ ਦੇ ਚੁੱਕੇ ਨੇ। ਮੈਂ ਆਪਦੀ ਟਾਈਮ ਐਨਰਜੀ ਉਹਨਾਂ ਦੇ ਬੇਹੂਦਾ ਸਵਾਲਾਂ ਦੇ ਉੱਪਰ ਮੈਂ ਕਦੇ ਨਾ ਵੇਸਟ ਕੀਤੀ ਹੈ। ਹਾਂ, ਉਹ
ਪੰਜਾਬ ਦੇ ਕਿਸੇ ਇਸ਼ੂ ਦੇ ਉੱਪਰ, ਚਾਹੇ ਉਹ ਕਿਸਾਨਾਂ ਦਾ ਹੈ, ਚਾਹੇ ਉਹ ਜਵਾਨੀ ਦਾ ਹੈ, ਚਾਹੇ ਉਹ ਇਕੋਨਮੀ ਦਾ ਹੈ, ਚਾਹੇ ਉਹ ਨਸ਼ਿਆਂ ਦਾ ਹੈ, ਚਾਹੇ ਉਹ ਬਾਕੀ ਮਾਫੀਆਜ਼ ਦਾ ਹੈ, ਚਾਹੇ ਉਹ ਟਰਾਂਸਪੋਰਟ ਦਾ ਹੈ, ਚਾਹੇ ਉਹ ਹੈਲਥ ਔਰ ਐਜੂਕੇਸ਼ਨ ਸੈਕਟਰਸ ਦਾ ਹੈ, ਇਹਨਾਂ ਮੁੱਦਿਆਂ ਦੇ ਉੱਪਰ ਉਹਨਾਂ ਨੂੰ ਕੋਈ ਡਾਊਟ ਹੋਵੇ ਤੇ ਮੈਂ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਚੈਲੰਜ ਕਰਨਾ ਚਾਹੂੰਗਾ ਕਿ ਸੁਖਬੀਰ ਬਾਦਲ ਜੀ ਨੂੰ ਬਿਠਾ ਦਿਓ ਮੇਰੇ ਸਾਹਮਣੇ, ਓਪਨ ਡਿਬੇਟ ਕਰਾ ਦਿਓ, ਕੱਲੇ ਇਸ਼ੂ ਦੇ ਉੱਪਰ। ਉਹਨਾਂ ਨੂੰ ਸਾਰੀ ਉਮਰ ਹੋ ਗਈ ਰਾਜ ਭਾਗ ਕਰਦਿਆਂ ਨੂੰ, ਸਾਨੂੰ ਲੋਕਾਂ ਨੂੰ ਤਾਂ 4 ਸਾਲ ਹੋਏ ਨੇ ਜੇ। ਘੰਟੇ ਦੇ ਵਿੱਚ ਉਹਨਾਂ ਦੀ ਤਸੱਲੀ ਕਰਾ ਦੂੰਗਾ ਵੀ ਕਿੱਥੇ ਕਿੱਥੇ ਉਹਨਾਂ ਨੇ ਕੀ ਗਲਤ ਕੀਤਾ ਤੇ ਉਹਦਾ ਅਗਲਾ ਇਨ ਫਿਊਚਰ ਉਹਦਾ ਰੋਡ ਮੈਪ, ਉਹਦਾ ਵਿਊ ਪੁਆਇੰਟ, ਉਹਦਾ ਬਲੂ ਪ੍ਰਿੰਟ ਸਟੇਟ ਨੂੰ ਦੁਬਾਰਾ ਟਰੈਕ ਤੇ ਚੜਾਉਣ ਲਈ ਕੀ ਹੋਣਾ ਚਾਹੀਦਾ ਉਹਨਾਂ ਸਾਹਮਣੇ ਕਲੀਅਰ ਕਰੂੰਗਾ। ਹੁਣ ਉਹਨਾਂ ਦੇ ਸਵਾਲਾਂ ਦੇ ਕਿੰਨੇ ਕੁ ਜਵਾਬ ਦੇਵਾਂਗੇ? ਜੀ ਅਮਨ ਜੀ, ਲਾਸਟ ਸਵਾਲ ਜਿਹੜਾ ਹੈਗਾ, ਜਿੱਦਾਂ ਆਪਾਂ ਪੰਜਾਬ ਦੇ ਭਵਿੱਖ ਦੀ ਗੱਲ ਕੀਤੀ ਹੈ, ਪੰਜਾਬ ਦੇ ਭਵਿੱਖ ਨਾਲ ਸੰਬੰਧਿਤ ਪੰਜਾਬੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਮੈਂ ਤਾਂ ਇੱਕੋ ਹੀ ਬੇਨਤੀ ਕਰਨੀ ਚਾਹੂੰਗਾ, ਇੱਕੋ ਹੀ ਸੁਨੇਹਾ ਦੇਣਾ ਚਾਹੂੰਗਾ, ਚਾਹੇ ਕੋਈ ਵੀਰ ਸਾਡਾ ਪੰਜਾਬ ਦੇ ਵਿੱਚ ਬੈਠਾ, ਚਾਹੇ 7 ਸਮੁੰਦਰ ਪਾਰ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ, ਕਿ ਨੋ ਡਾਊਟ ਕਿ ਪੰਜਾਬ ਜਿਹੜੀ ਕਿਸੇ ਸਮੇਂ ਸੋਨੇ ਦੀ ਚਿੜੀਆ ਸੀਗੀ, ਉਹਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆਂ ਕਰਕੇ ਲੁੱਟਿਆ ਔਰ ਸ਼ੋਸ਼ਣ ਹੋਇਆ, ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਦਾ ਕੋਈ ਤੁਸੀਂ ਇੰਡੈਕਸ ਦੇਖ ਲਓ, ਸਾਰੇ ਇੰਡੈਕਸਿਸ ਦੇ ਵਿੱਚ ਉਹ ਲੋਐਸਟ ਲੈਵਲ ਦੇ ਉੱਪਰ ਹੈ। ਇਹਦਾ ਇੱਕੋ ਹੀ ਹੱਲ ਹੈ ਕਿ ਇਹ ਬਦਲਾਅ ਹੈ ਜਿਹੜਾ ਪੋਲੀਟੀਕਲ ਬਦਲਾਅ ਹੈ ਜਿਹੜਾ, ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਜਹਾਂ ਚਾਹ ਵਹਾਂ ਰਾਹ ਹੈ ਜਿਹੜਾ, ਉਹ ਇੱਕੋ ਇੱਕ ਅੱਜ ਦੀ ਘੜੀ ਨਜ਼ਰ ਆਉਂਦਾ ਆਮ ਆਦਮੀ ਪਾਰਟੀ ਦੇ ਰੂਪ 'ਚ। ਇਹ ਨਹੀਂ ਹੈ ਕਿ ਮੇਰੀ ਪਾਰਟੀ ਹੈ, ਘੁਮਿਆਰੀ ਤਾਂ ਆਪਦੇ ਭਾਂਡੇ ਨੂੰ ਸਰਾਉਂਦੀ ਹੁੰਦੀ ਹੈ, ਮੈਂ ਤਾਂ ਆਪਦੀ ਪਾਰਟੀ ਨੂੰ ਸਰਾਹੂੰਗਾ ਹੀ। ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਲੋਕਾਂ ਨੇ, ਇੱਕ ਦਿੱਲੀ ਦੇ ਲੋਕਾਂ ਨੇ ਪਹਿਲਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸੀ ਬਹੁਤ ਕੁਝ ਕਹਿੰਦੇ ਸੀ ਅਰਵਿੰਦ ਜੀ ਬਾਰੇ, ਲੋਕਾਂ ਦੇ ਵਿੱਚ ਐਸਟੈਬਲਿਸ਼ ਕਰਕੇ ਦਿਖਾਤਾ ਕਿ ਜੇ ਸਰਕਾਰ ਲੀਡਰਸ਼ਿਪ ਕਰਨਾ ਚਾਹੇ ਤਾਂ ਹੋ ਸਕਦਾ ਹੈ। ਇਹੀ ਕੰਮ ਪੰਜਾਬ ਦੇ ਵਿੱਚ ਇੱਕ ਵਾਰੀ ਮੌਕਾ ਹੈ ਜਿਹੜਾ ਸਾਡੇ 'ਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਗਲਤੀਆਂ ਹੋਣਗੀਆਂ, ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰਿਆ ਵੀ ਜਾਊਗਾ। ਪਰ ਇਹ ਕੋਈ, ਜਿਵੇਂ ਪਹਿਲਾਂ ਕਿਹਾ ਸੀਗਾ, ਇਹ ਕੋਈ ਕੁੰਭ ਦਾ ਮੇਲਾ ਤਾਂ ਹੈ ਨਹੀਂ, ਮੁੜ ਕੇ 12-14 ਸਾਲ ਆਉਣਾ ਨਹੀਂ ਹੈਗਾ। ਇਹ ਤਾਂ 1825 ਦਿਨ ਹੁੰਦੇ ਨੇ 50 ਸਾਲਾਂ ਦੇ ਵਿੱਚ। ਅਸੀਂ ਨਹੀਂ ਪਰਫਾਰਮ ਕਰਾਂਗੇ, ਲੋਕਾਂ ਨੇ ਸਾਨੂੰ ਨਹੀਂ ਮੁੜ ਕੇ 2027 ਦੇ ਵਿੱਚ ਮੂੰਹ ਲਾਉਣਾ। ਪਰ ਇੱਕ ਵਾਰੀ ਪਰਤਿਆਏ ਬਗੈਰ, ਇੱਕ ਵਾਰੀ ਵਾਹ ਪਾਏ ਬਗੈਰ ਕਿਸੇ ਨੂੰ ਵੀ ਡਿਸਕਾਰਡ ਕਰਨਾ ਜਾਂ ਐਕਸੈਪਟ ਨਾ ਕਰਨਾ, ਮੈਂ ਸਮਝਦਾ ਕਿ ਉਹ ਜਾਇਜ਼ ਨਹੀਂ ਹੈ। ਇਹ ਸਨ ਅਮਨ ਅਰੋੜਾ, ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਅਤੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਇਸ ਭਵਿੱਖ ਨੂੰ ਸੰਵਾਰਨ ਲਈ ਮੌਕਾ ਦਿਓ। ਸਾਡੀਆਂ ਸ਼ੁਭ ਕਾਮਨਾਵਾਂ ਇਹਨਾਂ ਦੇ ਨਾਲ ਹੈ, ਪਰ ਜਿੱਦਾਂ ਮੈਂ ਹਮੇਸ਼ਾ ਕਹਿੰਦਾ ਕਿ ਅੰਤਿਮ ਫੈਸਲਾ ਪੰਜਾਬੀਆਂ ਦੇ ਹੱਥ ਹੈ। ਅਗਲੇ ਹਫ਼ਤੇ ਆਪਾਂ ਕਿਸੇ ਹੋਰ ਅਹਿਮ ਹਸਤੀ ਦੇ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਜਗਤਾਰ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।